ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੀ ਦਾਤੇ, ਮੇਰਾ ਗੁਣ ਅਵਗਾਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤ ਇਹੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ। ਜੈਸੇ ਬਚਰਹਿ ਕੂੰਜ ਮਨ, ਮਾਇਆ ਮਮਤਾ ਰੇ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਫਰ ਤਾਲ। ਚਾਤਰਕ ਜਿਉ ਤਰਸਤ ਰਹੈ, ਤਿਨ ਕੋ ਕੌਣ ਹਵਾਲ। ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ, ਉਹਨਾਂ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਹੈ। 122 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਹੁਣ ਅਗਲੇ ਸ਼ਲੋਕਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ। ਗੁਰੂ ਅਮਰਦਾਸ ਮਹਾਰਾਜ ਦਾ ਇੱਕ ਮਹਾਵਾਕ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੇ ਸੱਚ ਨਾਮ ਚਿਤ ਲਾਇਆ। ਮਨਮੁਖ ਬੰਦਿਆਂ ਦੇ ਅੰਦਰ ਮਾਇਆ ਦੀ ਖਿੱਚ, ਮਾਇਆ ਦੀ ਕਸ਼ਿਸ਼, ਮਾਇਆ ਦੀ ਤਾਂਘ ਬਣੀ ਰਹਿੰਦੀ ਹੈ। ਉਹਨਾਂ ਦੀ ਹਾਲਤ ਕੂੰਜ ਵਰਗੀ ਹੁੰਦੀ ਹੈ। ਕਬੀਰ ਚੁਗੈ ਚਿਤਾਰੈ ਭੀ ਚੁਗੈ, ਚੁਗ ਚੁਗ ਚਿਤਾਰੇ। ਕੂੰਜ ਜਦੋਂ ਪਹਾੜੀ ਇਲਾਕੇ ਵਿੱਚ ਬਰਫ਼ ਪੈਣ ਲੱਗਦੀ ਹੈ, ਉਹ ਆਪਣੇ ਆਂਡਿਆਂ ਨੂੰ, ਬੱਚਿਆਂ ਨੂੰ ਪਿੱਛੇ ਛੱਡ ਕੇ ਮੈਦਾਨੀ ਇਲਾਕੇ ਵਿੱਚ ਆ ਜਾਂਦੀ ਹੈ। ਫਿਰ ਬੱਚਿਆਂ ਤੋਂ ਦੂਰ ਆ ਕੇ ਉਹਨਾਂ ਬੱਚਿਆਂ ਨੂੰ ਹਰ ਵੇਲੇ ਯਾਦ ਕਰਦੀ ਰਹਿੰਦੀ ਹੈ। ਕਬੀਰ ਭਗਤ ਜੀ ਫਰਮਾਉਂਦੇ ਨੇ, ਕਬੀਰ ਚੁਗੈ ਚਿਤਾਰੈ, ਜਦੋਂ ਕੂੰ ਚੂਗਾ ਚੁਗਦੀ ਹੈ ਉਸ ਵੇਲੇ ਵੀ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ। ਭੀ ਚੁਗੈ,
ਫਿਰ ਉਹ ਜਦੋਂ ਦੁਬਾਰਾ ਚੋਗ ਚੁਗਦੀ ਹੈ ਫਿਰ ਉਹਨਾਂ ਨੂੰ ਯਾਦ ਕਰਦੀ ਹੈ। ਚੋਗ ਚੋਗ ਚਿਤਾਰੇ, ਜਿੰਨੀ ਵਾਰੀ ਉਹ ਕੂੰਜ ਚੋਗਾ ਚੁਗਦੀ ਹੈ ਓਨੀ ਵਾਰੀ ਹੀ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ। ਜੈਸੇ ਬਚ ਰਹਿ ਕੂੰਜ ਮਨ, ਮਾਇਆ ਮਮਤਾ ਰੇ। ਭਗਤ ਕਬੀਰ ਜੀ ਫਰਮਾਉਂਦੇ ਹਨ, ਜਿਵੇਂ ਕੂੰਜ ਦਾ ਮਨ ਹਰ ਵੇਲੇ ਬੱਚਿਆਂ ਨੂੰ ਯਾਦ ਕਰਦਾ ਹੈ, ਉਹ ਕੂੰਜ ਦਾ ਸਿਮਰਨ ਹਮੇਸ਼ਾ ਲਈ ਬੱਚਿਆਂ ਦੀ ਫਿਕਰ ਕਰਦਾ ਹੈ, ਹਿਫਾਜ਼ਤ ਕਰਦਾ ਹੈ। ਇਸੇ ਤਰ੍ਹਾਂ ਮਾਇਆ ਮਮਤਾ ਰੇ, ਮਨਮੁਖ ਦਾ ਮਨ ਮਾਇਆ ਦੀ ਮਮਤਾ ਦੇ ਵਿੱਚ ਹੀ, ਮਾਇਆ ਦੀ ਯਾਦ ਵਿੱਚ ਹੀ, ਮਾਇਆ ਦੀ ਸਿਮਰਤੀ ਵਿੱਚ ਹੀ ਹਮੇਸ਼ਾ ਖੁੱਭਿਆ ਰਹਿੰਦਾ ਹੈ। ਜਿਵੇਂ ਕੂੰਜ ਦਾ ਮਨ ਹਰ ਵੇਲੇ ਬੱਚਿਆਂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਮਨਮੁਖ ਦਾ ਮਨ ਹਰ ਵੇਲੇ ਮਾਇਆ ਦੀ ਮਮਤਾ ਦੇ ਵਿੱਚ ਜੁੜਿਆ ਰਹਿੰਦਾ ਹੈ। ਕਬੀਰ ਅੰਬਰ ਘਨ ਹਰ ਛਾਇਆ, ਬਰਖ ਭਰੇ ਸਰਤਾਲ। ਲੋ ਕਬੀਰ ਭਗਤ ਜੀ ਕਹਿੰਦੇ ਨੇ, ਦੁਨੀਆ ਦੇ ਵਿੱਚ ਹੁਣ ਧਰਮ ਪ੍ਰਚਾਰ ਦੀ ਕੋਈ ਘਾਟ ਨਹੀਂ ਹੈ। ਬਹੁਤ ਸਾਰੇ ਧਾਰਮਿਕ ਚੈਨਲ ਵੀ ਹਨ ਜਿੱਥੇ ਅੱਠੇ ਪੈਰ ਹੀ ਬਾਣੀ ਦਾ, ਕੀਰਤਨ ਦਾ, ਕਥਾ ਪ੍ਰਚਾਰ ਦਾ ਹੜ ਵਗ ਰਿਹਾ ਹੈ। ਪਰ ਫਿਰ ਵੀ ਜਦੋਂ ਅਸੀਂ ਅਜੋਕੇ ਸੰਸਾਰ ਵੱਲ ਨਜ਼ਰ ਮਾਰ ਕੇ ਦੇਖਦੇ ਹਾਂ, ਸਭ ਕੁਝ ਹੁੰਦਿਆਂ ਸੰਦਿਆਂ ਲੋਕ ਫਿਰ ਵੀ ਨਗੁਰੇ ਤੁਰੇ ਫਿਰਦੇ ਨੇ। ਗੁਰਮੰਤਰ ਹੀ ਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸ਼ਨ ਹੈ। ਕੂਕਰੈ ਹੈ ਸੂਕਰੈ ਹੈ, ਗਰਦ ਬਹਿ ਕਾਕੈ ਹੈ, ਸਰਪਣੈ ਤੁਲ ਖਲੈ ਹੈ। ਸਾਰਾ ਕੁਝ ਸੁਣਦੇ ਹੋਏ, ਸਮਝਦੇ ਹੋਏ ਅਸੀਂ ਗੁਰੂ ਵਾਲੇ ਨਹੀਂ ਬਣਦੇ। ਕਬੀਰ ਭਗਤ ਜੀ ਦ੍ਰਿਸ਼ਟਾਂਤ ਦਿੰਦੇ ਹਨ, ਕਬੀਰ ਅੰਬਰ ਕਨਹਰ ਛਾਇਆ। ਕਨਹਰ ਦਾ ਅਰਥ ਹੈ ਬੱਦਲ, ਅੰਬਰ ਦਾ ਅਰਥ ਹੈ ਆਕਾਸ਼। ਜਿਵੇਂ ਆਕਾਸ਼ ਦੇ ਵਿੱਚ ਬੱਦਲ ਛਾਇਆ ਹੁੰਦਾ ਹੈ ਅਤੇ ਫਿਰ ਉਹ ਬੱਦਲ ਵਰਸਦਾ ਹੈ। ਬਰਖ ਭਰੇ ਸਰਤਾਲ, ਅਤੇ ਜਦੋਂ ਬੱਦਲ ਵਰਸਦਾ ਹੈ, ਬੱਦਲ ਦੇ ਪਾਣੀ ਦੇ ਨਾਲ ਕੱਚੇ ਪੱਕੇ ਸਾਰੇ ਸਰੋਵਰ ਅਤੇ ਤਲਾਅ ਭਰ ਜਾਂਦੇ ਨੇ। ਤਾਲ ਪੱਕੇ ਨੂੰ ਕਹਿੰਦੇ ਨੇ, ਅਤੇ ਸਰ ਜਿਹੜੇ ਕੱਚੇ ਤਲਾਅ ਹੁੰਦੇ ਨੇ, ਜਿਵੇਂ ਛੱਪੜ ਆਦਿਕ, ਸ਼ੰਭ, ਦਰਿਆ, ਪੋਖਰ, ਉਹ ਵੀ ਭਰ ਜਾਂਦੇ ਨੇ। ਦੇਖ ਲਓ, ਜਦੋਂ ਆਕਾਸ਼ ਦੇ ਵਿੱਚ ਬੱਦਲ ਛਾਇਆ ਹੁੰਦਾ ਹੈ, ਮੀਂਹ ਪੈਂਦਾ ਹੈ, ਉਸ ਬਰਖਾ ਦੇ ਜਲ ਦੇ ਨਾਲ ਕੱਚੇ ਪੱਕੇ ਸਾਰੇ ਸਰੋਵਰ ਭਰ ਜਾਂਦੇ ਹਨ। ਚਾਤਰਕ ਜਿਉ ਤਰਸਤ ਰਹੈ, ਤਿਨ ਕੋ ਕੌਣ ਹਵਾਲ। ਪਰ ਕਈ ਜੀਵ ਚਾਤਰਕ ਪਪੀਹੇ ਪੰਛੀ ਵਾਂਗ ਹੁੰਦੇ ਨੇ। ਪਪੀਹਾ ਪੰਛੀ ਉਹ ਤਰਸਦਾ ਹੀ ਰਹਿੰਦਾ, ਭਾਵੇਂ ਮੀਂਹ ਵਰਸ ਰਿਹਾ ਹੋਵੇ, ਪਰ ਉਹ ਪਪੀਹੇ ਨੂੰ ਬੱਦਲ ਦਾ ਪਾਣੀ, ਸਰੋਵਰਾਂ ਦਾ ਪਾਣੀ, ਝੀਲਾਂ ਦਾ ਪਾਣੀ ਉਹਦੀ ਪਿਆਸ ਨਹੀਂ ਬੁਝਾਉਂਦਾ। ਮੀਂਹ ਪੈਣ ਦੇ ਨਾਲ ਉਹ ਪਪੀਹਾ ਤਰਸਦਾ ਹੀ ਰਹਿੰਦਾ ਹੈ। ਕਿਉਂ? ਉਹਨੂੰ ਸਵਾਂਤੀ ਬੂੰਦ ਦੀ ਪਿਆਸ ਹੁੰਦੀ ਹੈ। ਨਛੱਤਰ ਦੀ ਵਰੀ ਹੋਈ ਸਵਾਂਤੀ ਬੂੰਦ ਜਦੋਂ ਉਹਦੇ ਮੂੰਹ ਦੇ ਵਿੱਚ ਪੈਂਦੀ ਹੈ, ਉਹਦੇ ਨਾਲ ਉਹਨੂੰ ਸ਼ਾਂਤੀ ਮਿਲਦੀ ਹੈ, ਵਰਨਾ ਉਹ ਤਰਸਦਾ ਹੀ ਰਹਿੰਦਾ ਹੈ, ਤੜਫਦਾ ਹੀ ਰਹਿੰਦਾ ਹੈ। ਭਗਤ ਕਬੀਰ ਜੀ ਫਰਮਾਉਂਦੇ ਹਨ, ਬੇਅੰਤ ਮਹਾਂਪੁਰਖ ਬਾਣੀ ਦੁਆਰਾ ਕਥਾ ਪ੍ਰਚਾਰ ਕਰਦੇ ਹਨ, ਪਰ ਕਈ ਚਾਤਰਿਕ ਵਾਂਗੂ ਜਿਹੜੇ ਮਨਮੁਖ ਬੰਦੇ ਨੇ, ਉਹ ਕਹਿੰਦੇ ਹਾਲੇ ਵੀ ਸਾਨੂੰ
ਸ਼ਾਂਤੀ ਨਹੀਂ ਮਿਲੀ। ਮੀਂਹ ਪੈਂਦੇ ਵੇ ਜਿਹੜਾ ਪਿਆਸਾ ਰਵੇ, ਤਿਨ ਕੋ ਕੌਣ ਹਵਾਲ, ਉਹਨਾਂ ਦਾ ਹਾਲ ਕਿਹੋ ਜਿਹਾ ਹੋਵੇਗਾ। ਭਾਵ ਉਹਨਾਂ ਦਾ ਹਾਲ ਮਾੜਾ ਹੀ ਹੁੰਦਾ। ਇਸੇ ਤਰ੍ਹਾਂ ਜਿਹੜੇ ਸੰਗਤ ਵਿੱਚ ਆ ਕੇ ਸਿੱਖੀ ਦਾ, ਗੁਰਬਾਣੀ ਦਾ, ਗੁਰਮਤਿ ਦਾ ਪ੍ਰਚਾਰ ਹੁੰਦਿਆਂ ਹੋਇਆਂ ਫਿਰ ਵੀ ਅੰਮ੍ਰਿਤ ਦੀ ਪਿਆਸ ਨਹੀਂ ਜਾਗਦੀ, ਬਾਣੀ ਤੇ ਨਾਮ ਦੀ ਪਿਆਸ ਨਹੀਂ ਪੈਦਾ ਹੁੰਦੀ, ਤਾਂਘ ਨਹੀਂ ਪੈਦਾ ਹੁੰਦੀ, ਫਿਰ ਉਹਨਾਂ ਦਾ ਹਾਲ ਕਿਹੋ ਜਿਹਾ ਹੋਵੇਗਾ ਉਹ ਤੇ ਰੱਬ ਹੀ ਜਾਣਦਾ। ਬਹੁਤ ਮਾੜਾ ਹਾਲ ਉਹਨਾਂ ਦਾ ਹੁੰਦਾ ਹੈ। ਕਬੀਰ ਚੱਕਈ ਜੋ ਨਿਸ ਬੀਸ਼ਰੈ, ਆਏ ਮਿਲੈ ਪ੍ਰਭਾਤ। ਲੋ ਭਗਤ ਕਬੀਰ ਜੀ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ ਜਿਹੜੇ ਰੱਬ ਤੋਂ ਵਿਛੜੇ ਹੋਏ ਨੇ। ਉਹਨਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਚੱਕਵੀ ਨਾਲੋਂ ਵੀ ਉਹਨਾਂ ਦੀ ਭੈੜੀ ਹਾਲਤ ਹੁੰਦੀ ਹੈ। ਚੱਕਵਾ ਇੱਕ ਨਰ ਪੰਛੀ ਦਾ ਨਾਮ ਹੈ। ਚੱਕਈ, ਚੱਕਵੀ ਉਸ ਦੀ ਮਦੀਨ ਹੁੰਦੀ ਹੈ। ਜਦੋਂ ਰਾਤ ਪੈਂਦੀ ਹੈ, ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ ਹੈ। ਰਾਤ ਦੇ ਸਮੇਂ ਚੱਕਵੀ ਤੇ ਚੱਕਵਾ ਇਕੱਠੇ ਨਹੀਂ ਰਹਿ ਸਕਦੇ। ਔਰ ਇਹਨਾਂ ਦੇ ਬਾਰੇ ਇੱਕ ਬੜਾ ਰੌਚਕ ਕਿਸੇ ਨੇ ਕਥਾ ਵੀ ਬਿਆਨ ਕੀਤੀ ਹੈ। ਜਦੋਂ ਰਾਮ ਜੀ ਦਾ ਸੀਤਾ ਨਾਲੋਂ ਵਿਛੋੜਾ ਪੈ ਗਿਆ, ਜੰਗਲ ਦੇ ਵਿੱਚ ਸੀਤਾ ਦੇ ਵੈਰਾਗ ਦੇ ਵਿੱਚ ਦਰਖਤਾਂ ਨੂੰ, ਪੌਦਿਆਂ ਨੂੰ, ਜੰਗਲੀ ਜਾਨਵਰਾਂ ਨੂੰ, ਛੰਭਾਂ ਤੇ ਸਰੋਵਰਾਂ ਨੂੰ ਪੁੱਛਦੇ ਫਿਰਦੇ ਨਹੀਂ ਸੀਤਾ ਕਿੱਥੇ ਹੈ, ਪਰ ਉਹਦੇ ਬਾਰੇ ਕੋਈ ਸੁਰਾਗ ਨਹੀਂ ਸੀ ਮਿਲ ਰਿਹਾ। ਉਸ ਵੇਲੇ ਚੱਕਵੀ ਤੇ ਚੱਕਵਾ ਕਿਸੇ ਦਰਖਤ ਤੇ ਬੈਠੇ ਕਲੋਲਾਂ ਕਰ ਰਹੇ ਸਨ। ਰਾਮ ਚੰਦਰ ਜੀ ਤੋਂ ਬਰਦਾਸ਼ਤ ਨਾ ਹੋਇਆ। ਮੈਂ ਆਪਣੀ ਪਤਨੀ ਤੋਂ, ਸੀਤਾ ਤੋਂ ਵਿਛੜਿਆ ਤੜਫ ਰਿਹਾ ਹਾਂ, ਪਰ ਇਹ ਕਲੋਲਾਂ ਕਰ ਰਹੇ ਨੇ। ਉਹਨਾਂ ਨੇ ਸਰਾਪ ਦੇ ਦਿੱਤਾ ਬਈ ਤੁਸੀਂ ਰਾਤ ਦੇ ਸਮੇਂ ਇਕੱਠੇ ਨਾ ਰਹਿ ਸਕੋ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤੇ ਪਰਮੇਸ਼ਰ ਜਾਣਦਾ ਹੈ, ਪਰ ਕੁਝ ਪ੍ਰਾਚੀਨ ਗ੍ਰੰਥਾਂ ਵਿੱਚ ਇਹ ਕਥਾ ਲਿਖੀ ਮਿਲਦੀ ਹੈ। ਸੁਰੋ ਵਿਚਾਰ ਕਬੀਰ ਭਗਤ ਜੀ ਫਰਮਾਉਂਦੇ ਨੇ, ਜਿਹੜੀ ਚੱਕਵੀ ਰਾਤ ਦੇ ਸਮੇਂ ਪਤੀ ਚੱਕਵੇ ਤੋਂ ਵਿਛੜ ਜਾਂਦੀ ਹੈ, ਆਏ ਮਿਲੇ ਪ੍ਰਭਾਤ, ਜਦੋਂ ਪ੍ਰਭਾਤ ਵੇਲਾ ਹੁੰਦਾ ਹੈ, ਪੌ ਫਟਾਲਾ ਹੁੰਦਾ ਹੈ, ਸੂਰਜ ਚੜ੍ਹਦਾ ਹੈ, ਉਹ ਫਿਰ ਆਪਣੇ ਪਤੀ ਚੱਕਵੇ ਨੂੰ ਆ ਕੇ ਮਿਲ ਪੈਂਦੀ ਹੈ। ਜੋ ਨਰ ਵਿਛਰੇ RAM ਸਿਉ, ਨਾ ਦਿਨ ਮਿਲੇ ਨਾ ਰਾਤ। ਪਰ ਜਿਹੜੇ ਆਦਮੀ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਛੜੇ ਹੋਏ ਨੇ, ਜਿਨ੍ਹਾਂ ਨੂੰ ਕਦੀ ਰੱਬ ਯਾਦ ਹੀ ਨਹੀਂ ਆਉਂਦਾ, ਨਾ ਦਿਨ ਮਿਲੇ ਨਾ ਰਾਤ, ਨਾ ਉਹ ਕਦੀ ਦਿਨ ਨੂੰ ਮਿਲਦੇ ਨੇ ਤੇ ਨਾ ਹੀ ਕਦੀ ਰਾਤ ਨੂੰ ਉਹ ਮਿਲ ਸਕਦੇ ਨੇ। ਦਿਨ ਤੋਂ ਭਾਵ ਹੈ ਜਵਾਨੀ, ਨਾ ਉਹ ਜਵਾਨੀ ਵਿੱਚ ਹੀ ਮਿਲਦੇ ਨੇ ਤੇ ਰਾਤ ਹਨੇਰੀ ਹੁੰਦੀ ਹੈ, ਨਾ ਹੀ ਬਿਰਧ ਅਵਸਥਾ ਵਿੱਚ ਭਜਨ ਕਰਦੇ ਹਨ। ਕਬੀਰ ਰਹਿ ਨਾਇਰ ਬੇਸ਼ੋਰਿਆ, ਰਹੋ ਰੇ ਸੰਖ ਮਜੂਰ। ਲੋਕ ਕਬੀਰ ਭਗਤ ਜੀ ਨੇ ਇੱਕ ਸੰਖ ਨੂੰ ਵੇਖਿਆ। ਸੰਖ ਸਮੁੰਦਰ ਵਿੱਚੋਂ ਪੈਦਾ ਹੁੰਦੇ ਨੇ। ਜਦੋਂ ਕੋਈ ਸੰਖ ਸਮੁੰਦਰ ਤੋਂ ਵਿਛੜ ਜਾਂਦਾ ਹੈ, ਲੋਕ ਉਸ ਨੂੰ ਚੁੱਕ ਕੇ ਘਰਾਂ ਵਿੱਚ ਲੈ ਜਾਂਦੇ ਨੇ ਤੇ ਘਰਾਂ ਤੋਂ ਬਾਅਦ ਕਈ ਉਹਨਾਂ ਨੂੰ ਮੰਦਰਾਂ ਵਿੱਚ ਲੈ ਜਾਂਦੇ ਨੇ। ਇੱਕ ਹਿੰਦੂ ਧਰਮ ਦੀ ਮਰਜ਼ਾਦਾ ਹੈ, ਉਹ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਦੇਵੀ ਦੇਵਤਿਆਂ ਦੇ ਭਜਨ ਗਾਉਂਦੇ ਨੇ ਤੇ ਨਾਲ ਸੰਖ ਵੀ ਪੂਰਦੇ ਨੇ, ਸੰਖ ਵਜਾਉਂਦੇ ਨੇ। ਤੇ ਉਹ ਸੰਖ ਦੀ ਹਾਲਤ ਨੂੰ ਵੇਖ ਕੇ ਭਗਤ ਕਬੀਰ ਜੀ ਨੇ ਇਸ ਮੂਰਖ ਅਤੇ ਉਜੜ ਜੀਵ ਨੂੰ ਸਮਝਾਇਆ ਹੈ। ਕੀ ਫਰਮਾਉਂਦੇ ਹਨ? ਕਬੀਰ ਰਹਿ ਨਾਇਰ ਬਸ਼ੋਰਿਆ,
ਰਹਿ ਨਾਇਰ ਦਾ ਅਰਥ ਹੈ ਸਮੁੰਦਰ। ਰਹਿ ਨਾਇਰ ਜਿਹੜਾ ਰਾਤ ਦਾ ਰਾਜਾ ਚੰਦਰਮਾ ਹੈ, ਉਹ ਸਮੁੰਦਰ ਵਿੱਚੋਂ ਪੈਦਾ ਹੋਇਆ। ਰਹਿ ਨਾਇਰ ਸਮੁੰਦਰ ਦਾ ਨਾਮ ਹੋ ਗਿਆ। ਕਬੀਰ ਭਗਤ ਜੀ ਕਹਿੰਦੇ ਨੇ, ਐ ਸੰਖ, ਐ ਮੂਰਖ ਜੀਵ, ਤੂੰ ਸਮੁੰਦਰ ਤੋਂ ਵਿਛੜ ਗਿਆ ਹੈ। ਅਸੀਂ ਤੈਨੂੰ ਸਲਾਹ ਦਿੰਦੇ ਹਾਂ, ਰਹੋ ਰੇ ਸੰਖ ਮਜੂਰ। ਐ ਸੰਖ, ਐ ਜੀਵ, ਤੂੰ ਉਸ ਸਮੁੰਦਰ ਦੇ ਵਿੱਚ ਹੀ ਰਹਿ। ਕਿਉਂ? ਜੇ ਸਮੁੰਦਰ ਵਿੱਚ ਰਵੇਂਗਾ ਤੈਨੂੰ ਤਾਹਾਂ ਨਹੀਂ ਮਾਰਨੀਆਂ ਪੈਣਗੀਆਂ, ਤੈਨੂੰ ਉੱਚੀ ਉੱਚੀ ਕੂਕਾਂ ਨਹੀਂ ਮਾਰਨੀਆਂ ਪੈਣਗੀਆਂ। ਤੂੰ ਜਿੰਨਾ ਚਿਰ ਸਮੁੰਦਰ ਵਿੱਚ ਰਹਿਣਾ, ਸ਼ਾਂਤ ਚਿੱਤ ਰਹਿਣਾ ਹੈ। ਦੇਵਲ ਦੇਵਲ ਤਾਹੜੀ, ਦੇਸਹਿ ਉਗਵਤ ਸੂਰ। ਨਹੀਂ ਤੇ ਫਿਰ ਵੇਖ ਲੈ ਉਗਵਤ ਸੂਰ। ਜਦੋਂ ਸੂਰਜ ਉਗਦਾ ਹੈ, ਸੂਰਜ ਉਦੈ ਹੁੰਦਾ ਹੈ, ਜਦੋਂ ਸੂਰਜ ਚੜ੍ਹਦਾ ਹੈ, ਉਸ ਵੇਲੇ ਮੰਦਰਾਂ ਦੇ ਵਿੱਚ ਪੂਜਾ ਸ਼ੁਰੂ ਹੋ ਜਾਂਦੀ ਹੈ। ਦੇਵਲ ਤੋਂ, ਦੇਵਲ ਦਾ ਅਰਥ ਹੈ ਮੰਦਰ। ਦੇਵਲ ਦੇਵਲ ਤਾਹੜੀ ਦੇਸਾਂ ਹੈ ਅਰਥ ਵਾਸਤੇ। ਫਿਰ ਹਰ ਮੰਦਰ ਦੇ ਵਿੱਚ ਜਾ ਕੇ ਤਾਹਾਂ ਮਾਰੇਗਾ, ਤਾਹੜੀ ਦੇਸਾਂ, ਕੂਕਾਂ ਮਾਰੇਗਾ, ਤਾਹਾਂ ਮਾਰ ਮਾਰ ਕੇ ਰੋਵੇਂਗਾ। ਇਸ ਲਈ ਚੰਗੀ ਗੱਲ ਇਹ ਹੈ ਤੂੰ ਸਮੁੰਦਰ ਵਿੱਚ ਹੀ ਰਹਿਣਾ। ਹੁਣ ਅੰਤਰੀ ਭਾਵ ਇਹ ਹੈ, ਜਿਹੜੇ ਮੂਰਖ ਜੀਵ ਨੇ ਉਹ ਵਾਹਿਗੁਰੂ ਤੋਂ ਵਿਛੜੇ ਹੋਏ ਨੇ। ਪਰਮੇਸ਼ਰ ਸਮੁੰਦਰ ਵਾਂਗ ਹੈ, ਜੀਵ ਲਪੋਟ ਸੰਖ, ਘੁੱਗੂ ਸੰਖ ਵਾਂਗ ਹੈ। ਇਹ ਜੀਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਵਿਛੜਿਆ ਹੋਇਆ। ਇਹਨੂੰ ਭਗਤ ਜੀ ਕਹਿੰਦੇ ਨੇ, ਤੂੰ ਉਸ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹੋ, ਉਸ ਵਾਹਿਗੁਰੂ ਦੇ ਵਿੱਚ ਹੀ ਲੀਨ ਹੋਇਆ ਰਹੋ। ਨਹੀਂ ਤੇ ਫਿਰ ਵੇਖ ਲੈ, ਜੇ ਤੂੰ ਵਾਹਿਗੁਰੂ ਤੋਂ ਵਿਛੜ ਗਿਆ, ਜਿਵੇਂ ਸੰਖ ਸੂਰਜ ਚੜ੍ਹਦੇ ਸਮੇਂ ਮੰਦਰਾਂ ਵਿੱਚ ਤਾਹਾਂ ਮਾਰ ਮਾਰ ਕੇ ਰੋਂਦਾ ਹੈ, ਤੈਨੂੰ ਵੀ ਉਸੇ ਤਰ੍ਹਾਂ ਹੀ ਰੋਣਾ ਪਵੇਗਾ। ਕਬੀਰ ਸੂਤਾ ਕਿਆ ਕਰਹਿ, ਜਾਗ ਰੋਏ ਪੈ ਦੁਖ। ਲੋ ਕੋਈ ਕਬੀਰ ਭਗਤ ਜੀ ਦੇ ਕੋਲੇ ਕੋਈ ਸੱਜਣ ਆਇਆ। ਉਹ ਕਹਿਣ ਲੱਗਾ, ਮਹਾਰਾਜ ਮੇਰੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ। ਮੇਰਾ ਜੀ ਕਰਦਾ ਹੈ ਮੈਂ ਆਪਣਾ ਘਰ-ਬਾਰ ਛੱਡ ਕੇ ਭਜਨ ਕਰਾਂ, ਵਾਹਿਗੁਰੂ ਦੀ ਭਗਤੀ ਕਰਾਂ ਅਤੇ ਜੀਵਨ ਸਫਲ ਕਰ ਲਵਾਂ। ਭਗਤ ਜੀ ਕਹਿੰਦੇ ਬਹੁਤ ਵਧੀਆ ਗੱਲ ਹੈ, ਪਰ ਯਾਦ ਰੱਖ ਭਗਤੀ ਕਰਨ ਦਾ, ਨਾਮ ਜਪਣ ਦਾ ਢੁਕਵਾਂ ਸਮਾਂ ਅੰਮ੍ਰਿਤ ਵੇਲਾ ਹੁੰਦਾ, ਜਿਸ ਨੂੰ ਪੁਰਾਤਨ ਗ੍ਰੰਥਾਂ ਦੇ ਵਿੱਚ ਬ੍ਰਹਮ ਮੁਹੂਰਤ ਦਾ ਨਾਂ ਕਰਨ ਦਾ ਸਮਾਂ। ਫਿਰ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨਾ ਚਾਹੀਦਾ ਸੀਗਾ ਆਲਸੀ। ਹੁਣ ਭਗਤ ਜੀ ਕੋਲ ਆ ਗਿਆ। ਭਗਤ ਜੀ ਅੰਮ੍ਰਿਤ ਵੇਲੇ ਉੱਠੇ। ਜਿਹੜੇ ਹੋਰ ਵੀ ਨਾਲ ਦੇ ਯੁਵਕ ਸਨ ਉਹ ਵੀ ਅੰਮ੍ਰਿਤ ਵੇਲੇ ਉੱਠ ਪੈਂਦੇ, ਪਰ ਉਹ ਸੁੱਤਾ ਹੋਇਆ ਸੀ। ਅਤੇ ਕਬੀਰ ਭਗਤ ਜੀ ਨੂੰ ਆ ਕੇ ਪ੍ਰੇਮੀ ਕਹਿੰਦੇ, ਮਹਾਰਾਜ ਜੋ ਜਿਹੜਾ ਨਵਾਂ ਸਾਧੂ ਆਇਆ ਹੈ ਉਹ ਹਾਲੇ ਉੱਠਿਆ ਹੀ ਨਹੀਂ। ਫਿਰ ਕਬੀਰ ਭਗਤ ਜੀ ਉਹਦੇ ਕੋਲੇ ਆਏ ਅਤੇ ਆਹ ਸ਼ਲੋਕ ਉਚਾਰਨ ਕੀਤਾ, ਕਬੀਰ ਸੂਤਾ ਕਿਆ ਕਰਹਿ। ਕਬੀਰ ਭਗਤ ਜੀ ਕਹਿੰਦੇ, ਭਾਈ ਹੁਣ ਭਜਨ ਕਰਨ ਦਾ ਸਮਾਂ ਹੈ, ਨਿਤਨੇਮ ਦਾ ਸਮਾਂ ਹੈ, ਤੂੰ ਸੁੱਤਾ ਪਿਆ ਕੀ ਕਰ ਰਿਹਾ ਹੈ? ਅੱਖਾਂ ਖੋਲ, ਸਾਵਧਾਨ ਹੋ। ਕੀ ਕਰਨਾ ਹੈ ਜੀ? ਰੋਏ ਪੈ ਵੈਰਾਗੀਆਂ, ਮੈਨੂੰ ਦੁਨੀਆ ਵੱਲੋਂ ਵੈਰਾਗ ਪੈਦਾ ਹੋ ਗਿਆ, ਲੋਕਾਂ ਨੂੰ ਰੋ ਰੋ ਕੇ ਵਿਖਾਉਣਾ ਹੈ। ਜਾਗ ਰੋਏ ਪੈ ਦੁੱਖ, ਉਹ ਭਲਿਆ ਲੋਕਾਂ ਮੌਤ ਦੇ ਪੈ ਨੂੰ ਯਾਦ ਕਰਕੇ ਅਤੇ ਜਨਮ ਮਰਨ ਦੇ ਨਰਕਾਂ ਦੇ ਦੁੱਖ ਨੂੰ ਯਾਦ ਕਰ ਕਰਕੇ ਵਾਹਿਗੁਰੂ ਦਾ ਭਜਨ ਕਰਨ ਲਈ ਰੋ। ਉਂਝ ਐਵੇਂ ਪਖੰਡ ਕਰਨ ਦਾ ਕੋਈ ਲਾਭ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਹੈ, ਕਈ ਜਿਹੜੇ ਪਖੰਡੀ ਲੋਕ ਨੇ, ਆਂਖਨ ਭੀਤਰ ਤੇਲ ਕੋ ਡਾਰ ਕੇ
ਲੋਕਾਂ ਨੀਰ ਬਹਾਏ ਦਿਖਾਵੇ। ਅੱਖਾਂ ਵਿੱਚ ਕੌੜਾ ਤੇਲ ਪਾ ਲੈਂਦੇ ਨੇ, ਅੱਖਾਂ ਵਿੱਚੋਂ ਪਾਣੀ ਨਿਕਲਦਾ ਅਤੇ ਲੋਕਾਂ ਨੂੰ ਕਹਿੰਦੇ ਸਾਨੂੰ ਜੀ ਵੈਰਾਗ ਹੋ ਗਿਆ, ਮੈਂ ਨੀਰ ਵਹਿ ਵਹਿ ਚੱਲਿਆ ਜੀ। ਇਹੋ ਜਿਹੇ ਵੀ ਲੋਕ ਪਖੰਡ ਕਰਦੇ ਨੇ। ਰੋ ਰੋ ਰੱਬ ਲਈ ਰੋਵੋ। ਮੌਤ ਦੇ ਭੈ ਨੂੰ ਯਾਦ ਕਰਕੇ, ਨਰਕਾਂ ਦੇ ਦੁੱਖ ਨੂੰ ਯਾਦ ਕਰਕੇ ਰੱਬ ਦਾ ਸਿਮਰਨ ਕਰੋ ਅਤੇ ਫਿਰ ਤੁਹਾਡਾ ਰੋਣਾ ਸਫਲ ਹੋ ਸਕਦਾ ਹੈ। ਜਾ ਕਾ ਬਾਸਾ ਗੋਰ ਮਹਿ, ਸੋ ਕਿਉ ਸੋਵੈ ਸੁਖ। ਲੋ ਭਗਤ ਜੀ ਉਸ ਆਲਸੀ ਬੰਦੇ ਨੂੰ ਕਹਿੰਦੇ ਨੇ ਵੀ ਜਿਨ੍ਹਾਂ ਦਾ ਕਬਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ, ਭਾਵ ਹੋ ਸਕਦਾ ਹੈ ਉਹ ਮੁਸਲਮਾਨ ਹੋਵੇ। ਜਦੋਂ ਮੁਸਲਮਾਨ ਕੋਈ ਚਲਾਣਾ ਕਰ ਜਾਂਦਾ ਹੈ, ਫੌਤ ਹੋ ਜਾਂਦਾ ਹੈ, ਫਿਰ ਉਹਨੂੰ ਕਬਰ ਵਿੱਚ ਦਫਨਾਇਆ ਜਾਂਦਾ ਹੈ। ਕਬੀਰ ਭਗਤ ਜੀ ਉਸ ਨੂੰ ਕਹਿੰਦੇ ਨੇ ਜਿਸ ਦਾ ਕਬਰ ਦੇ ਵਿੱਚ ਵਾਸਾ ਹੁੰਦਾ ਹੈ, ਸੋ ਕਿਉਂ ਸੋਵੈ ਸੁਖ। ਉੱਥੇ ਜਾ ਕੇ ਸੁੱਖ ਦੀ ਨੀਂਦ ਕੋਈ ਕਿਵੇਂ ਸੌਂ ਸਕਦਾ ਹੈ। ਭਾਵ ਹੁਣ ਤੈਨੂੰ ਵਾਹਿਗੁਰੂ ਨੇ ਸਮਾਂ ਦਿੱਤਾ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਨੀ, ਭਜ ਲੈ ਹਰੇ ਮਨ ਸਾਰੰਗ ਪਾਨੀ। ਅਬ ਨਾ ਭਜਸ ਭਜਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ। ਤੂੰ ਹੁਣ ਵਾਹਿਗੁਰੂ ਦਾ ਭਜਨ ਕਰ ਲੈ, ਇਹਦੇ ਨਾਲ ਤੇਰਾ ਸਮਾਂ ਸਫਲ ਹੋਵੇਗਾ। ਨਹੀਂ ਤੇ ਸਦਾ ਦੀ ਨੀਂਦ ਤੈਨੂੰ ਸੌਣਾ ਪੈ ਸਕਦਾ ਹੈ। ਸਦਾ ਦੀ ਨੀਂਦ ਮੌਤ ਦੀ ਨੀਂਦ ਨੂੰ ਆਖਿਆ। ਜੇ ਤੂੰ ਹੁਣ ਨਾ ਜਾਗਿਆ ਫਿਰ ਤੈਨੂੰ ਮੌਤ ਦੀ ਸदैਵੀ ਨੀਂਦ ਵਿੱਚ ਸੌਣਾ ਪੈ ਸਕਦਾ ਹੈ। ਅਤੇ ਜਿਹੜਾ ਫਿਰ ਮੌਤ ਦੀ ਨੀਂਦ ਵਿੱਚ ਸੌਂਦਾ ਫਿਰ ਉਹ ਮੰਜੇ ਬਿਸਤਰੇ 'ਤੇ ਨਹੀਂ ਸੌਂਦਾ, ਅਤੇ ਉਹਨੂੰ ਧਰਤੀ ਹੇਠਾਂ ਉਹਦੀ ਕਬਰ ਖੋਦੀ ਜਾਂਦੀ, ਉਹਦੇ ਵਿੱਚ ਲਟਾਇਆ ਜਾਂਦਾ। ਅਤੇ ਜਦੋਂ ਤੂੰ ਕਬਰ ਦੇ ਵਿੱਚ ਚਲਿਆ ਗਿਆ, ਉੱਥੇ ਸੁੱਖ ਦੀ ਨੀਂਦ ਕਿਵੇਂ ਸੌਵੇਂਗਾ? ਨਹੀਂ ਸੌਂ ਸਕਦਾ। ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ। ਲਓ ਜਦੋਂ ਭਾਗੀ ਜੀ ਨੇ ਇਸ ਤਰ੍ਹਾਂ ਉਹਨੂੰ ਟੁੰਬਿਆ ਨਾ, ਉਹ ਪਿਆ ਪਿਆ ਕਹਿਣ ਲੱਗਾ, ਭਗਤ ਜੀ ਦੱਸੋ ਕੀ ਗੱਲ ਹੈ। ਕਹਿੰਦੇ ਅਸੀਂ ਤੈਨੂੰ ਜਗਾਉਂਦੇ ਹਾਂ ਅਤੇ ਜਾਗ ਪੈ। ਕਹਿੰਦਾ ਜੀ ਜਾਗ ਤੇ ਮੈਂ ਪਿਆ ਹਾਂ। ਕਹਿੰਦੇ ਫਿਰ ਉੱਠਦਾ ਕਿਉਂ ਨਹੀਂ, ਲੰਮਾ ਕਿਉਂ ਪਿਆ ਹੈ? ਅਤੇ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਸੂਤਾ ਕਿਆ ਕਰਹਿ। ਕਬੀਰ ਭਗਤ ਜੀ ਕਹਿੰਦੇ ਤੂੰ ਹੁਣ ਸੁੱਤਾ ਪਿਆ ਕੀ ਕਰ ਰਿਹਾ ਹੈ? ਉੱਠ ਕੇ ਨਾ ਜਪਹਿ ਮੁਰਾਰ। ਹੁਣ ਸੁੱਤਾ ਪਿਆ ਹੀ ਲੰਮਾ ਪਿਆ ਹੀ ਕਹੀ ਜਾਣਾ ਮੈਂ ਜੀ ਉੱਠ ਪਿਆ। ਉੱਠ ਕੇ ਭਾਈ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ? ਜੇ ਤੂੰ ਕਹਿਣਾ ਮੈਂ ਜਾਗ ਪਿਆ ਹਾਂ, ਨਿਰਾ ਜਾਗਣ ਦਾ ਤਾਂ ਕੋਈ ਲਾਭ ਨਹੀਂ ਹੈ। ਉੱਠ ਕੇ ਚੌਂਕੜਾ ਮਾਰ, ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰ। ਸੁੱਤਾ ਪਿਆ ਕੀ ਕਰਦਾ? ਉੱਠ ਕੇ ਵਾਹਿਗੁਰੂ ਦਾ ਨਾਮ ਜਪ। ਤੂੰ ਕਿਉਂ ਨਹੀਂ ਨਾਮ ਜਪਦਾ? ਇੱਕ ਦਿਨ ਸੋਵਨ ਹੋਏਗੋ, ਲਾਂਬੇ ਗੋਡ ਪਸਾਰ। ਯਾਦ ਰੱਖ, ਇੱਕ ਦਿਨ ਇਹੋ ਜਿਹੀ ਨੀਂਦ ਸੌਵੇਂਗਾ, ਲੰਮੇ ਗੋਡੇ ਪਸਾਰ ਕੇ, ਲੰਮੀਆਂ ਲੱਤਾਂ ਨਸਾਲ ਕੇ, ਫਿਰ ਤੈਨੂੰ ਕਿਸੇ ਨੇ ਉਠਾਉਣਾ ਵੀ ਨਹੀਂ ਹੈ ਅਤੇ ਤੂੰ ਉੱਠਣਾ ਵੀ ਨਹੀਂ। ਭਾਵ ਮੌਤ ਦੀ ਨੀਂਦ ਹਮੇਸ਼ਾ ਲਈ ਸੌਂ ਜਾਵੇਂਗਾ। ਇਸ ਲਈ ਆਹ ਜਿਹੜਾ ਜੀਵਨ ਕਾਲ ਹੈ ਇਹ ਭਜਨ ਬੰਦਗੀ ਵਾਸਤੇ ਮਿਲਿਆ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਟੁੰਬਣ ਦੇ ਲਈ ਬੜੇ ਸੁੰਦਰ ਉਪਦੇਸ਼ ਦਿੱਤੇ ਨੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਜੇ ਅਸੀਂ ਇਸ ਜੀਵਨ ਕਾਲ ਦੇ ਵਿੱਚ ਸੁੱਤੇ ਹੀ ਰਹੇ ਅਤੇ ਫਿਰ ਭਜਨ ਕਦੋਂ ਕਰਾਂਗੇ? ਜੇ ਭਜਨ ਨਾ ਕੀਤਾ ਅਤੇ ਜੀਵਨ ਦੀ ਸਫਲਤਾ ਕਿਵੇਂ ਹੋਵੇਗੀ? ਜੇ ਜੀਵਨ ਦੀ ਸਫਲਤਾ ਨਾ ਕੀਤੀ ਅਤੇ ਫਿਰ ਕਬਰ ਦੇ ਵਿੱਚ ਜਾ ਕੇ ਮੌਤ ਦੀ ਨੀਂਦ ਹਮੇਸ਼ਾ ਲਈ ਸੌਣਾ ਪਵੇਗਾ। ਫਿਰ ਨਾ ਕਿਸੇ ਨੇ ਠਾਉਣਾ ਅਤੇ ਨਾ ਹੀ ਤੂੰ ਉੱਠ ਸਕਣਾ ਹੈ। ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ। ਇਹ ਵੀ ਬੰਦਾ ਹੈ ਸੀ ਢੀਠ। ਜਦੋਂ ਦੂਜਾ ਸਲੋਕ ਉਚਾਰਿਆ ਫਿਰ ਉੱਠ ਕੇ ਤਾਂ ਬਹਿ ਗਿਆ, ਬੈਠ ਗਿਆ।
ਪਹਿਲਾਂ ਤਾਂ ਲੰਮਾ ਹੀ ਪਿਆ ਸੀ, ਕਹਿੰਦਾ ਜੀ ਮੈਂ ਹੁਣ ਜਾਗ ਪਿਆ। ਫਿਰ ਉੱਠ ਕੇ ਬਹਿ ਗਿਆ। ਜਦੋਂ ਦੂਜੀ ਵਾਰੀ ਆਖਿਆ ਤੇ ਫਿਰ ਬੈਠਾ ਹੀ ਸੌਣ ਲੱਗ ਪਿਆ। ਇਹ ਨੀਂਦ ਵੀ ਬੜੀ ਅਨੋਖੀ ਚੀਜ਼ ਹੈ। ਕਈ ਵਾਰੀ ਆਦਮੀ ਨੂੰ ਜਦੋਂ ਥੱਕਿਆ ਹੋਵੇ, ਬੈਠੇ ਨੂੰ ਵੀ ਨੀਂਦ ਆਉਂਦੀ ਹੈ। ਖਾਸ ਕਰਕੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਨਿਤਨੇਮ ਕਰਨਾ ਹੁੰਦਾ ਹੈ, ਅਤੇ ਜਾਂ ਕਥਾ ਕੀਰਤਨ ਸੁਣਨਾ ਹੁੰਦਾ, ਕਈ ਉਦੋਂ ਵੀ ਸੌਂ ਜਾਂਦੇ ਨੇ। ਘਰਾੜੇ ਵੀ ਕਈ ਮਾਰਨ ਲੱਗ ਜਾਂਦੇ ਨੇ। ਉਹ ਕਹਿੰਦੇ ਅਸੀਂ ਜਾਗਦੇ ਹਾਂ ਜੀ, ਸੁਣਦੇ ਹਾਂ, ਝੂਠ ਬੋਲੀ ਜਾਂਦੇ ਨੇ। ਸੁੱਤਾ ਪਿਆ ਆਦਮੀ ਕਦੇ ਸੱਚ ਨਹੀਂ ਬੋਲ ਸਕਦਾ। ਕੋਈ ਮਹਾਤਮਾ ਜਨ ਪ੍ਰਵਚਨ ਕਰ ਰਹੇ ਸਨ। ਇਹ ਕੋਈ ਆਦਮੀ ਬਹੁਤਾ ਅੰਨ ਖਾ ਕੇ ਆਇਆ ਹੋਣਾ, ਸਾਹਮਣੇ ਆ ਕੇ ਬੈਠ ਗਿਆ ਅਤੇ ਉਹਨੂੰ ਨੀਂਦ ਆਈ, ਕੁੱਕੀ ਚੜ੍ਹੀ। ਉੱਥੇ ਨੀਂਦ ਦੇ ਝੂਟੇ ਲੈਣ ਲੱਗਿਆ, ਊਂਘਣ ਲੱਗਿਆ। ਜਿਹੜੇ ਮਹਾਤਮਾ ਕਥਾ ਵਿਚਾਰ ਪ੍ਰਚਾਰ ਕਰ ਰਹੇ ਸਨ, ਅਤੇ ਉਹਨਾਂ ਨੇ ਉਸ ਸੱਜਣ ਨੂੰ ਸੰਬੋਧਨ ਕਰਕੇ ਪੁੱਛਿਆ, ਪਿਆਰਿਆ ਸੁੱਤਾ ਕਿਉਂ ਪਿਆ ਹੈ? ਕਹਿੰਦਾ ਨਹੀਂ ਜੀ ਮੈਂ ਸੁੱਤਾ ਨਹੀਂ, ਮੈਂ ਤਾਂ ਜਾਗਦਾ ਹੀ ਹਾਂ। ਹੈ ਜਾਗੋ ਮਿੱਟੀ ਵਿੱਚ ਸੀ, ਸੌਂ ਹੀ ਜਾਂਦਾ ਸੀ। ਕਹਿੰਦਾ ਜੀ ਨਹੀਂ, ਮੈਂ ਤਾਂ ਜਾਗਦਾ ਹਾਂ। ਦੂਜੀ ਵਾਰੀ ਫਿਰ ਉਹਦਾ ਸਿਰ ਹੇਠਾਂ ਨੂੰ ਡਿੱਗਿਆ। ਉਹ ਕਹਿਣ ਲੱਗੇ ਭਾਈ ਤੂੰ ਸੁੱਤਾ ਪਿਆ? ਕਹਿੰਦਾ ਨਹੀਂ ਜੀ ਮੈਂ ਜਾਗਦਾ ਹਾਂ। ਉਹਨਾਂ ਸੋਚਿਆ ਬੰਦਾ ਝੂਠ ਬੋਲਦਾ, ਸਾਹਮਣੇ ਬੈਠਾ ਸੌਂ ਹੀ ਜਾਂਦਾ ਅਤੇ ਕਹਿੰਦਾ ਮੈਂ ਜਾਗਦਾ ਹਾਂ। ਫਿਰ ਉਹਨਾਂ ਨੇ ਥੋੜ੍ਹਾ ਜਿਹਾ ਆਪਣਾ ਪੈਂਤੜਾ ਬਦਲਿਆ। ਉਹ ਮਹਾਂਪੁਰ ਕਹਿਣ ਲੱਗੇ ਭਾਈ ਤੂੰ ਜਿਉਣਾ? ਕਹਿੰਦਾ ਨਹੀਂ ਜੀ ਮੈਂ ਤਾਂ ਜਾਗਦਾ ਹੀ ਹਾਂ। ਜਦੋਂ ਇਹ ਗੱਲ ਆਖੀ ਉਹ ਹੱਸ ਪਏ। ਕਹਿੰਦੇ ਹੁਣ ਸੱਚ ਬੋਲਿਆ, ਤੂੰ ਜਿਉਂਦਾ ਨਹੀਂ ਸੀ। ਸੁੱਤਾ ਪਿਆ ਆਦਮੀ ਮਰੇ ਬਰਾਬਰ ਹੁੰਦਾ। ਤੂੰ ਮਰਿਆ ਹੋਇਆ ਸੀ, ਇਸੇ ਲਈ ਤੂੰ ਝੂਠ ਬੋਲ ਰਿਹਾ ਸੀ, ਕਿਉਂਕਿ ਮੌਤ ਵੀ ਇੱਕ ਸਦਾ ਦੀ ਨੀਂਦ ਹੀ ਹੈ ਨਾ। ਇਸੇ ਲਈ ਹੁਣ ਉਹ ਉੱਠ ਕੇ ਤੇ ਬੈਠ ਗਿਆ ਅਤੇ ਹੁਣ ਬੈਠਾ ਸੌਂ ਜਾਵੇ। ਕਈਆਂ ਦਾ ਸੁਭਾਅ ਹੀ ਹੁੰਦਾ, ਉੱਠਦੇ ਹੀ ਨਹੀਂ, ਪਹਿਲਾਂ ਲੰਮੇ ਪਏ ਕਹੀ ਜਾਣਗੇ ਅਸੀਂ ਜੀ ਜਾਗ ਪਏ ਹਾਂ, ਅਤੇ ਫਿਰ ਜਦੋਂ ਕਹੀਏ ਤੂੰ ਉੱਠ, ਮਸਾਂ ਉੱਠਦੇ ਨੇ। ਫਿਰ ਬੈੱਡ ਨੂੰ ਢੋਹ ਲਾ ਕੇ ਫਿਰ ਉੱਥੇ ਊਂਘਣ ਲੱਗ ਜਾਂਦੇ ਨੇ। ਫਿਰ ਜਦੋਂ ਕੋਈ ਕਹਿੰਦਾ ਭਾਈ ਹੁਣ ਉੱਠੋ ਤੁਸੀਂ, ਕਹਿੰਦੇ ਜੀ ਉੱਠ ਤਾਂ ਪਏ ਆ। ਫਿਰ ਉਹ ਕਹਿੰਦੇ ਜੇ ਤੁਸੀਂ ਉੱਠ ਹੀ ਪਏ ਹੋ ਅਤੇ ਨਾਮ ਕਿਉਂ ਨਹੀਂ ਜਪਦੇ, ਨਿਤਨੇਮ ਕਿਉਂ ਨਹੀਂ ਕਰਦੇ? ਸਮੇਂ ਨਾਲ ਇਸ਼ਨਾਨ ਕਰੋ, ਸਮੇਂ ਨਾਲ ਨਿਤਨੇਮ ਕਰੋ, ਸਮੇਂ ਨਾਲ ਭਜਨ ਪਾਠ ਕਰੋ, ਫਿਰ ਤੁਹਾਡਾ ਜੀਵਨ ਗੁਰਸਿੱਖੀ ਦੇ ਅਨੁਸਾਰ ਸਫਲ ਹੋ ਸਕਦਾ ਹੈ। ਸੋ ਭਗਤ ਕਬੀਰ ਜੀ ਉਸ ਨੂੰ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰੇ? ਉਹ ਭਾਈ ਸੁੱਤਾ ਪਿਆ ਕੀ ਕਰਦਾ ਹੈ? ਬੈਠਾ ਰਹੋ ਔਰ ਜਾਗ। ਤੂੰ ਹੁਣ ਬੈਠ ਤੇ ਗਿਆ ਪਰ ਬੈਠਾ ਹੀ ਸੌਂ ਜਾਂਦਾ। ਬੈਠ ਕੇ ਨਾ ਸੌਂ, ਜਾਗ। ਹੁਣ ਜਾਗਣ ਦਾ ਸਮਾਂ ਹੈ। ਪਹਿਲਾਂ ਲੰਮਾ ਪਿਆ ਝੂਠ ਬੋਲਦਾ ਸੀ, ਹੁਣ ਬੈਠਾ ਹੀ ਝੂਠ ਬੋਲੀ ਜਾਂਦਾ। ਸੁੱਤਾ ਪਿਆ ਕਹੀ ਜਾਂਦਾ ਮੈਂ ਤੇ ਜਾਗ ਰਿਹਾ ਹਾਂ। ਜਾ ਕੇ ਸੰਗ ਤੇ ਵਿਛੁਰਾ, ਤਾਹੀ ਕੇ ਸੰਗ ਲਾਗ। ਭਗਤ ਜੀ ਨੂੰ ਕਹਿੰਦਾ ਦੱਸੋ ਮਹਾਰਾਜ ਫਿਰ ਮੈਂ ਕੀ ਕਰਾਂ? ਭਗਤ ਜੀ ਕਹਿਣ ਲੱਗੇ ਜਿਸ ਵਾਹਿਗੁਰੂ ਦੇ ਨਾਲੋਂ ਤੂੰ ਵਿਛੜਿਆ ਹੋਇਆ ਨਾ, ਤੂੰ ਕਹਿੰਦਾ ਮੇਰੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ। ਜੇ ਵੈਰਾਗ ਪੈਦਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਤੂੰ ਸੁੱਤਾ ਹੀ ਪਿਆ ਰਵੇਂ। ਅੰਮ੍ਰਿਤ ਵੇਲੇ ਦੀ ਸੰਭਾਲ ਨਾ ਕਰੇ, ਨਿਤਨੇਮ ਦਾ ਸਮਾਂ ਵੀ ਅਜਾਈਂ ਗਵਾ ਲਵੇਂ। ਜਿਸ ਵਾਹਿਗੁਰੂ ਨਾਲੋਂ ਤੂੰ ਵਿਛੜਿਆ ਹੋਇਆ ਹੈ ਤਾਹੀ ਕੀ ਸੰਗ ਲੱਗ, ਤੂੰ ਉਹਦੇ ਨਾਲ ਜੁੜ। ਇਹਦਾ ਮਤਲਬ ਇਹ ਹੈ ਜੇ ਅੰਮ੍ਰਿਤ ਵੇਲੇ ਉੱਠ ਕੇ ਸਾਨੂੰ ਨਿਤਨੇਮ ਕਰਨਾ ਚਾਹੀਦਾ, ਭਜਨ ਪਾਠ ਕਰਨਾ ਚਾਹੀਦਾ, ਅਤੇ ਜੇ ਆਪਾਂ ਰੱਬ ਤੋਂ ਵਿਛੜੇ ਹੋਏ ਹਾਂ ਉਹਦੇ ਨਾਲ ਜੁੜਨਾ ਚਾਹੀਦਾ। ਚਿੱਤ ਬਿਰਤੀ ਨੂੰ ਉਸ ਵਾਹਿਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਲੋ ਭਗਤ ਕਬੀਰ ਜੀ ਕਹਿੰਦੇ ਜੇ ਕੋਈ ਚੰਗਾ ਮਹਾਂਪੁਰਸ਼ ਮਿਲ ਜਾਵੇ, ਬੰਦਗੀ ਵਾਲਾ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕੋਈ ਇਹੋ ਜਿਹਾ ਰੱਬ ਦਾ ਪਿਆਰਾ ਮਹਾਂਪੁਰਖ ਮਿਲ ਜਾਵੇ
ਕਬੀਰ ਸੰਤ ਕੀ ਗੈਲ ਨਾ ਛੋੜੀਏ। ਗੈਲ ਦਾ ਅਰਥ ਹੁੰਦਾ ਪਿੱਛਾ, ਪਰ ਇੱਥੇ ਹੁਣ ਗੈਲ ਸ਼ਬਦ ਇਸਤਰੀ ਲਿੰਗ ਵਰਤਿਆ ਹੈ। ਸੰਤ ਕੀ ਗੈਲ। ਆ ਸੰਗਰੂਰ ਦੇ ਇਲਾਕੇ ਦੇ ਵਿੱਚ ਗੈਲ ਸ਼ਬਦ ਦੀ ਅਕਸਰ ਵਰਤੋਂ ਹੁੰਦੀ ਹੈ। ਕਹਿੰਦੇ ਗੈਲ ਗੈਲ ਤੁਰਿਆ, ਇਹਦਾ ਮਤਲਬ ਪਿੱਛੇ ਪਿੱਛੇ ਤੁਰਿਆ ਆ। ਵੱਖੋ ਵੱਖਰੀਆਂ ਬੋਲੀਆਂ ਨੇ, ਕਹਿੰਦੇ 12 ਕੋ ਤੇ ਬੋਲੀ ਬਦਲ ਜਾਂਦੀ ਹੈ। ਤੇ ਹੁਣ ਇੱਥੇ ਇਸਤਰੀ ਲਿੰਗ ਹੈ। ਮਾਝੇ ਵਿੱਚ ਆਪਾਂ ਤਾਂ ਕਹਿੰਦੇ ਪਿੱਛੇ ਆ, ਉਹ ਪਛਾੜੀ ਕਹਿੰਦੇ ਨੇ, ਪਛਾੜੀ ਪਛਾੜੀ ਤੁਰਿਆ। ਹੁਣ ਇੱਥੇ ਅਰਥ ਪਛਾੜੀ ਟੁਕੇਗਾ। ਕਬੀਰ ਸੰਤ ਕੀ ਗੈਲ ਨਾ ਛੋੜੀਏ। ਕਬੀਰ ਭਗਤ ਜੀ ਕਹਿੰਦੇ ਸੰਤਾਂ ਦੀ ਗੈਲ ਦਾ ਅਰਥ ਹੈ ਪਛਾੜੀ, ਨਾ ਛੱਡ। ਭਾਵ ਸੰਤਾਂ ਦਾ ਪਿੱਛਾ ਨਾ ਛੱਡ, ਉਹਨਾਂ ਦੇ ਪਿੱਛੇ ਪਿੱਛੇ ਤੁਰ। ਜਿੱਥੇ ਉਹ ਕਦਮ ਰੱਖਦੇ ਨੇ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਸਿੱਖ। ਹਉ ਪਿੱਛੇ ਲਾਗ ਚਲੀ ਗੁਰਮਤਿ ਦਾ ਸਿਧਾਂਤ ਹੈ। ਵੱਡਿਆਂ ਸਿਉਂ ਕਿਆ ਰੀਸ, ਵੱਡਿਆਂ ਨਾਲ ਰੀਸ ਨਹੀਂ ਕਰਨੀ, ਵੱਡਿਆਂ ਦੇ ਬਰਾਬਰ ਨਹੀਂ ਬਹਿਣਾ, ਬਰਾਬਰ ਨਹੀਂ ਮੂਹਰੇ ਹੋਣਾ, ਉਹਨਾਂ ਦੇ ਪਿੱਛੇ ਪਿੱਛੇ ਤੁਰੋ। ਇਹ ਵੀ ਸਿੱਖਿਆ ਹੈ। ਕਬੀਰ ਭਗਤ ਜੀ ਕਹਿੰਦੇ ਸੰਤਾਂ ਦੀ ਗੈਲ, ਸੰਤਾਂ ਦੀ ਪਛਾੜੀ, ਉਹਨਾਂ ਦਾ ਪਿੱਛਾ ਨਾ ਛੱਡੋ। ਮਾਰਗ ਲਾਗਾ ਜਾਓ, ਜਿਹੜੇ ਰਸਤੇ ਮਹਾਂਪੁਰਖ ਤੁਰਦੇ ਨੇ ਉਸੇ ਰਸਤੇ ਪਾਏ ਤੁਰੇ ਜਾਵੋ। ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਤੁਸੀਂ ਜਦੋਂ ਐਸੇ ਮਹਾਂਪੁਰਖਾਂ ਦੇ ਜਾ ਕੇ ਦਰਸ਼ਨ ਕਰੋਗੇ, ਤੁਹਾਡਾ ਮਨ ਪਵਿੱਤਰ ਹੋ ਜਾਵੇਗਾ, ਮਨ ਦੇ ਵਿੱਚੋਂ ਪਾਪ ਤੇ ਵਿਕਾਰ ਨਿਕਲ ਜਾਣਗੇ। ਭੇਟਤ ਜਪੀਐ ਨਾਉ, ਜਦੋਂ ਪੂਰਨ ਮਹਾਂਪੁਰਖਾਂ ਦੇ ਨਾਲ ਬੈਠੋਗੇ, ਉਹਨਾਂ ਦੀ ਸੰਗਤ ਵਿੱਚ, ਸੋਬਤ ਵਿੱਚ ਬੈਠੋਗੇ, ਤੇ ਤੁਹਾਡਾ ਨਾਮ ਜਪਣ ਨੂੰ ਦਿਲ ਕਰੇਗਾ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਉਹ ਭਗਤ ਕਬੀਰ ਜੀ ਸਾਨੂੰ ਹੋਰ ਸਿੱਖਿਆ ਦਿੰਦੇ ਨੇ। ਜਿੱਥੇ ਇਹ ਆਖਿਆ ਹੈ ਨਾ ਸੰਤ ਕੀ ਗੈਲ ਨਾ ਛੋੜੀਆ, ਵੀ ਸੰਤਾਂ ਦਾ ਪਿੱਛਾ ਨਾ ਛੱਡੋ, ਉਹਨਾਂ ਦੇ ਰਸਤੇ ਪਿੱਛੇ ਪਿੱਛੇ ਤੁਰੀ ਜਾਓ। ਜਿਹੜੇ ਪਾਸੇ ਉਹ ਤੁਰਦੇ ਨੇ ਉਹ ਪਿੱਛੇ ਪਿੱਛੇ ਤੁਰਨਾ ਸਿੱਖੋ। ਕਬੀਰ ਸਾਕਤ ਸੰਗ ਨਾ ਕੀਜੀਏ। ਪਰ ਭਗਤ ਜੀ ਕਹਿੰਦੇ ਜਿਹੜਾ ਸਾਕਤ ਪੁਰਸ਼ ਹੈ, ਸ਼ਕਤੀ ਦਾ ਉਪਾਸ਼ਕ, ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ, ਉਹਦੀ ਸੰਗਤ ਨਾ ਕਰੋ। ਦੂਰਹਿ ਜਾਈਐ ਭਾਗ, ਜੇ ਕੋਈ ਸਾਕਤ ਪੁਰਸ਼ ਮੱਥੇ ਲੱਗਦਾ ਹੈ ਉਸ ਨੂੰ ਕਿਨਾਰਾ ਕਰ ਲਵੋ, ਉਹਨੂੰ ਦੇਖ ਕੇ ਦੂਰੋਂ ਹੀ ਭੱਜ ਜਾਵੋ। ਕਿਉਂ? ਉਹ ਸਾਕਤ ਦੇ ਮੱਥੇ ਲੱਗਣ ਦੇ ਨਾਲ ਤੁਹਾਡਾ ਨੁਕਸਾਨ ਹੋਵੇਗਾ। ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਕੀ ਨੁਕਸਾਨ ਹੋਵੇਗਾ? ਭਗਤ ਕਬੀਰ ਜੀ ਦ੍ਰਿਸ਼ਟਾਂਤ ਦਿੰਦੇ ਨੇ, ਜਿਵੇਂ ਕਾਲਸ ਦੇ ਨਾਲ ਕੋਈ ਭਰਿਆ ਹੋਇਆ ਭਾਂਡਾ ਹੋਵੇ। ਹੁਣ ਕਈ ਪਤੀਲੇ ਦੇਗੇ, ਉਹਨਾਂ ਨੂੰ ਅੱਗ 'ਤੇ ਹਮੇਸ਼ਾ ਚਾੜ੍ਹੀ ਰੱਖਣਾ ਪੈਂਦਾ, ਫਿਰ ਉਹਨਾਂ ਨੂੰ ਅੱਗ ਦੇ ਨਾਲ ਧੂਏ ਦੇ ਨਾਲ ਕਾਲਸ ਲੱਗ ਜਾਂਦੀ ਹੈ। ਸਾਕਤ ਪੁਰਸ਼ ਦਾ ਜੀਵਨ ਵੀ ਕਾਲਸ ਭਰੇ ਭਾਂਡੇ ਵਰਗਾ ਹੁੰਦਾ ਹੈ। ਬਾਸਨ ਕਰੋ, ਬਾਸਨ ਭਾਂਡੇ ਨੂੰ ਕਹਿੰਦੇ ਨੇ। ਜੇ ਅਸੀਂ ਕਾਲੇ ਭਾਂਡੇ ਨੂੰ ਪਰਸੀਏ, ਟੱਚ ਕਰਾਂਗੇ, ਛੂਹਾਂਗੇ, ਤਾਂ ਉਹ ਕਸ਼ ਲੱਗਾ ਦਾਗ, ਅਤੇ ਉਹ ਕਾਲਸ ਦਾ ਦਾਗ ਤੇ ਪਾਈ ਕੁਝ ਨਾ ਕੋਈ ਤੁਹਾਨੂੰ ਲੱਗ ਹੀ ਜਾਣਾ। ਜੇ ਹੱਥ ਲੱਗ ਗਿਆ ਤੇ ਹੱਥ ਨੂੰ ਦਾਗ ਲੱਗ ਜਾਵੇਗਾ। ਜੇ ਕੋਈ ਕੱਪੜਾ ਛੋ ਗਿਆ ਤੇ ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਇੱਕ ਆਦਮੀ ਦਾ ਸੁਭਾਅ ਹੈ, ਜੇ ਉਹਨੂੰ ਕਹੀਏ ਬਈ ਤੂੰ ਅੰਮ੍ਰਿਤ ਛਕ ਲੈ, ਬਾਣੀ ਪੜ੍ਹ ਲਿਆ ਕਰ, ਭਜਨ ਪਾਠ ਕਰ ਲਿਆ ਕਰ। ਜੇ ਤੇ ਕੋਈ ਬੱਚਾ ਹੋਵੇ, ਕਹਿੰਦੇ ਇਹ ਤੇ ਹਾਲੇ ਜੀ ਬੱਚਾ, ਇਹਨੂੰ ਸੋਝੀ ਨਹੀਂ ਹੈ, ਇਹ ਕਿਵੇਂ ਅੰਮ੍ਰਿਤ ਛਕੂਗਾ, ਕਿਵੇਂ ਬਾਣੀ ਪੜ੍ਹੇਗਾ, ਕਿਵੇਂ ਭਗਤੀ ਕਰੇਗਾ, ਇਹਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ। ਪਰ ਉਹ ਸਾਨੂੰ ਗੁਰੂ ਦੇ ਬਚਨ ਭੁੱਲ ਜਾਂਦੇ ਨੇ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ 5 ਸਾਲ ਦਾ ਸੀ ਜਦੋਂ ਭਗਤੀ ਕੀਤੀ ਹੈ, ਅਤੇ ਪ੍ਰਹਿਲਾਦ 8 ਸਾਲ ਦਾ ਸੀ। ਜੇ ਉਹ ਭਗਤੀ ਕਰ ਸਕਦੇ ਨੇ, 5 ਸਾਲ ਅਤੇ 8 ਸਾਲ ਦੇ ਬੱਚੇ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਨੇ। ਪਰ ਮਾਤਾ ਪਿਤਾ ਨੂੰ ਚਾਹੀਦਾ ਉਹਨਾਂ ਨੂੰ ਚੰਗੇ ਸੰਸਕਾਰ ਦੇਣ, ਅੰਮ੍ਰਿਤ ਵੇਲੇ ਉੱਠਣ ਦੀ ਜਾਚ ਸਿਖਾਉਣ, ਬਾਣੀ ਪੜ੍ਹਨੀ ਸੁਣਨੀ ਉਹਨਾਂ ਨੂੰ ਸਿਖਾਉਣ, ਫਿਰ ਉਹ ਬੱਚੇ ਵੀ ਭਗਤੀ ਵਿੱਚ ਲੱਗ ਸਕਦੇ ਨੇ। ਫਿਰ ਆਦਮੀ ਜਦੋਂ ਜਵਾਨ ਹੁੰਦਾ, ਉਹਨੂੰ ਕਹੀਏ ਭਾਈ ਤੂੰ ਹੁਣ ਅੰਮ੍ਰਿਤ ਛਕ ਲੈ, ਬਾਣੀ ਪੜ੍ਹਿਆ ਕਰ, ਭਜਨ ਕਰਿਆ ਕਰ। ਉਹ ਕਹਿੰਦਾ ਹਾਲੇ ਤੇ ਮੇਰੇ ਜਵਾਨੀ ਆਈ ਹੈ, ਖਾਣ ਪੀਣ ਦੀ ਉਮਰ ਹੈ,
ਮੈਂ ਹੁਣ ਕਿਵੇਂ ਮੂੰਹ ਬੰਨ੍ਹ ਲਵਾਂ। ਜੇ ਮੈਂ ਅੰਮ੍ਰਿਤ ਛਕ ਲਿਆ ਤੇ ਫਿਰ ਮੈਂ ਖੁੱਲ੍ਹ ਕੇ ਖਾ ਪੀ ਨਹੀਂ ਸਕਾਂਗਾ। ਹੁਣ ਤੇ ਖਾਣ ਪੀਣ ਦੀ ਉਮਰ ਹੈ, ਖਾਓ ਪੀਓ ਮੌਜਾਂ ਮਾਣੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਜਦੋਂ ਆਦਮੀ ਫਿਰ ਬਜ਼ੁਰਗ ਹੋ ਜਾਂਦਾ ਹੈ, 60 ਸਾਲ ਦਾ ਹੋ ਜਾਂਦਾ, ਫਿਰ ਉਹਨੂੰ ਕਹਿੰਦੇ ਭਾਈ ਤੂੰ ਹੁਣ ਅੰਮ੍ਰਿਤ ਛਕ ਲੈ, ਹੁਣ ਬਾਣੀ ਪੜ੍ਹਨੀ ਸਿੱਖ ਲੈ। ਫਿਰ ਉਸ ਵੇਲੇ ਬਾਣੀ ਕਿੱਥੇ ਪੜ੍ਹੀ ਜਾਂਦੀ ਜਦੋਂ ਉਮਰ ਹੀ ਲੰਘ ਗਈ। ਭਜਨ ਕਰਨਾ ਹੋਵੇ ਫਿਰ ਵੀ ਜੇ ਪਹਿਲਾਂ ਕੀਤਾ ਹੋਵੇ ਤਾਂ ਹੀ ਉਸ ਪਾਸੇ ਮਨ ਲੱਗਦਾ ਹੈ। ਅਤੇ ਫਿਰ ਜਦੋਂ ਵਡੇਪਾ ਆਉਂਦਾ, ਕਈਆਂ ਨੂੰ ਕਹਿੰਦਾ ਭਾਈ ਅੰਮ੍ਰਿਤ ਛਕ ਲਓ। ਕਹਿੰਦੇ ਹੁਣ ਤਾਂ ਜੀ ਉੱਠਣਾ ਹੀ ਔਖਾ ਹੈ, ਇਸ਼ਨਾਨ ਕਰਨਾ ਵੀ ਔਖਾ ਹੈ, ਕਿਰਪਾਨ ਪਾਉਣੀ ਰਹਿਤ ਰੱਖਣੀ ਔਖੀ ਆ, ਹੁਣ ਅਸੀਂ ਕਿਵੇਂ ਛਕਾਂਗੇ। ਹੁਣ ਤਾਂ ਕੁਛ ਹੁੰਦਾ ਨਹੀਂ, ਸਰੀਰ ਹੀ ਨਕਾਰਾ ਹੋ ਚੁੱਕਿਆ। ਫਿਰ ਜਦੋਂ ਕਹਿੰਦਾ ਭਾਈ ਅੰਮ੍ਰਿਤ ਛਕ ਲਵੋਗੇ ਤੁਹਾਡਾ ਜੀਵਨ ਸਫਲ ਹੋ ਜਾਵੇਗਾ, ਕਹਿੰਦੇ ਹੁਣ ਜੀ ਅੱਗੇ ਜਾ ਕੇ ਸਹੀ। ਅੱਗੇ ਪਾਲਾ ਹੁਣ 5 ਪਿਆਰੇ ਬੈਠੇ ਆ, ਅੱਗੇ ਤਾਂ ਫਿਰ ਉਹ ਜਮਦੂਤ ਖੜ੍ਹੇ ਨੇ। ਜੇ ਉਹਨਾਂ ਦਾ ਚਾਟਾ ਛਕਣਾ ਤੇ ਅੱਗੇ ਜਾ ਕੇ ਛਕ ਲਿਓ, ਪਰ ਉੱਥੇ ਅੰਮ੍ਰਿਤ ਨਹੀਂ ਕਿਸੇ ਨੇ ਛਕਾਉਣਾ। ਅੰਮ੍ਰਿਤ ਇੱਥੇ ਹੀ ਹੈ, ਇੱਥੇ ਹੀ ਅੰਮ੍ਰਿਤ ਛਕ ਲਵੋਗੇ, ਜਮਾਂ ਦੇ ਚਾਟੇ ਤੋਂ ਬਚ ਜਾਵੋਗੇ, ਨਹੀਂ ਤਾਂ ਅੱਗੇ ਜਾ ਕੇ ਜਮਾਂ ਦਾ ਚਾਟਾ ਹੀ ਛਕਣਾ ਪੈਣਾ ਹੈ। ਇਸੇ ਲਈ ਭਗਤ ਕਬੀਰ ਜੀ ਜਿਹੜੇ ਇਹੋ ਜਿਹੇ ਆਲਸੀ ਬੰਦੇ ਨੇ, ਪ੍ਰਮਾਦੀ ਇਨਸਾਨ ਨੇ, ਉਹਨਾਂ ਨੂੰ ਸਮਝਾਉਂਦੇ ਨੇ, ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚੋ ਆਏ। ਵੀ ਦੇਖ ਲਓ ਬਿਰਧ ਅਵਸਥਾ ਹੋ ਗਈ ਹੈ, 60-70 ਸਾਲ ਦੀ ਉਮਰ ਹੋ ਗਈ ਹੈ, ਪਰ ਹਾਲੇ ਵੀ ਇਸ ਮਨੁੱਖ ਨੇ ਵਾਹਿਗੁਰੂ ਦੇ ਨਾਮ ਨੂੰ ਕਦੇ ਚੇਤੇ ਨਹੀਂ ਕੀਤਾ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਲੋ ਭਗਤ ਜੀ ਕਹਿੰਦੇ ਨੇ ਹੁਣ ਤੇ ਬਸ ਅੱਗ ਲੱਗਣ ਵਾਲੀ ਹੈ, ਕਾਲ ਦੀ ਅੱਗ। ਵਡੇਪੇ ਤੋਂ ਬਾਅਦ ਕੀ ਹੁੰਦਾ ਹੈ? ਮੌਤ ਹੀ ਹੁੰਦੀ ਹੈ ਨਾ। ਜਦੋਂ ਆਦਮੀ ਮਰ ਜਾਂਦਾ ਹੈ ਤੇ ਫਿਰ ਇੱਕ ਰਿਵਾਜ ਹੈ ਸਾਡਾ, ਜਦੋਂ ਅਸੀਂ ਚਿਖਾ ਦੇ ਉੱਤੇ ਅਗਨ ਭੇਟ ਕਰਦੇ ਹਾਂ, ਉਹਦਾ ਪੁੱਤਰ ਜਾਂ ਉਹਦਾ ਭਰਾ, ਕੋਈ ਸੰਬੰਧੀ, ਕੋਈ ਮਿੱਤਰ ਪਿਆਰਾ, ਉਹ ਮੂੰਹ ਵਾਲੇ ਪਾਸੇ ਤੋਂ ਅੱਗ ਲਾਉਣੀ ਸ਼ੁਰੂ ਕਰਦਾ, ਸਿਰ ਵਾਲੇ ਪਾਸਿਆਂ ਤੋਂ ਅੱਗ ਲਾਈ ਜਾਂਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਹੁਣ ਬਿਰਧ ਅਵਸਥਾ ਹੋ ਗਈ ਹੈ, ਹੁਣ ਤੇ ਇਹ ਸਮਝੋ ਜਿਵੇਂ ਕਿਸੇ ਘਰ ਦੇ ਦਰਵਾਜ਼ੇ ਨੂੰ ਅੱਗ ਲੱਗ ਜਾਵੇ ਤੇ ਫਿਰ ਅਬ ਕਿਆ ਕੱਢ ਲਿਆ ਜਾਏ, ਫਿਰ ਕੀ ਉੱਥੋਂ ਸਮਾਨ ਕੱਢਿਆ ਜਾਵੇਗਾ। ਜੇ ਤਾਂ ਅੱਗ ਘਰ ਦੇ ਕਿਸੇ ਪਿਛਲੇ ਹਿੱਸੇ ਵਿੱਚ ਲੱਗੀ ਹੋਵੇ, ਮੂਹਰੇ ਜਿਹੜਾ ਕੋਈ ਸਮਾਨ ਪਿਆ ਹੈ, ਕੀਮਤੀ ਸਮਾਨ ਆਪਾਂ ਬਾਹਰ ਕੱਢ ਸਕਦੇ ਹਾਂ। ਜੇ ਹੁਣ ਅੱਗ ਹੀ ਦਰਵਾਜ਼ੇ ਨੂੰ ਲੱਗ ਗਈ, ਜਿੱਥੋਂ ਦੀ ਲੰਘਣਾ ਹੈ ਉੱਥੋਂ ਕਿਵੇਂ ਫਿਰ ਵੜੋਗੇ ਅਤੇ ਲੰਘੋਗੇ। ਕਬੀਰ ਭਗਤ ਜੀ ਕਹਿੰਦੇ ਨੇ ਵੀ ਹੁਣ ਇਹ ਜਿਹੜੀ ਬਾਲ ਅਵਸਥਾ ਸੀ ਉਹ ਵੀ ਲੰਘ ਗਈ ਹੈ, ਜਵਾਨੀ ਵੀ ਲੰਘ ਗਈ ਹੈ, ਵਡੇਪਾ ਆ ਗਿਆ ਹੈ, ਹੁਣ ਘਰ ਦੇ ਦਰਵਾਜ਼ੇ ਨੂੰ ਅੱਗ ਲੱਗੀ ਹੋਈ ਹੈ। ਦੱਸੋ ਤੁਸੀਂ ਆਪਣੇ ਜੀਵਨ ਨੂੰ ਕਿਵੇਂ ਸਫਲਾ ਕਰੋਗੇ, ਕਿਵੇਂ ਸ਼ੁਭ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰੋਗੇ। ਹੁਣ ਕੁਝ ਵੀ ਤੁਹਾਡੇ ਪਾਸੋਂ ਹੋ ਨਹੀਂ ਸਕਣਾ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਲੋ ਭਗਤ ਜੀ ਕਹਿੰਦੇ ਨੇ ਕਈ ਵਾਰੀ ਆਦਮੀ ਸੋਚਦਾ ਹੈ ਵੀ ਭਜਨ ਬੰਦਗੀ ਕਰੀਏ, ਪਰ ਵੇਲ ਨਹੀਂ ਹੁੰਦਾ, ਜਿਹੜੇ ਘਰ ਦੇ ਜੰਜਾਲ ਨੇ ਨਿਕਲ ਨਹੀਂ ਦਿੰਦੇ। ਤਾਂ ਕਬੀਰ ਭਗਤ ਜੀ ਸਮਝਾਉਂਦੇ ਨੇ ਬਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਫਿਰ ਵਾਹਿਗੁਰੂ ਆਪੇ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦਿੰਦਾ। ਕਬੀਰ ਕਾਰਨ ਸੋ ਭਇਓ, ਕਬੀਰ ਭਗਤ ਜੀ ਕਹਿੰਦੇ ਹੁਣ ਉਹ ਕਾਰਨ ਵਸੀਲਾ ਬਣ ਗਿਆ। ਜੋ ਕੀਨੋ ਕਰਤਾਰ, ਜੋ ਵਾਹਿਗੁਰੂ ਨੇ ਕਾਰਨ ਵਸੀਲਾ ਬਣਾਉਣਾ ਸੀ ਉਹ ਬਣ ਗਿਆ ਹੈ। ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੀਲੇ ਵਸੀਲੇ ਸਬੱਬ ਬਣਾਉਣ ਵਾਲਾ ਕੋਈ ਹੋਰ ਨਹੀਂ ਹੈ। ਤੁਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ ਅਤੇ ਮੈਨੂੰ ਸਿੱਖੀ ਬਖਸ਼ੋ, ਮੈਨੂੰ ਭਗਤੀ ਦੀ ਦਾਤ ਬਖਸ਼ੋ ਅਤੇ ਮੈਨੂੰ ਭਜਨ ਦੀ ਦਾਤ ਬਖਸ਼ੋ। ਉਹਦੇ ਮੂਹਰੇ ਉਹਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੋ। ਇੱਕ ਹੈ ਸਿਰਜਣਹਾਰ, ਉਹ ਇੱਕੋ ਇੱਕ ਸਿਰਜਣਹਾਰ, ਪਰਵਤਗਾਰ, ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਤੁਹਾਡੀ ਬੌੜੀ ਕਰਨ ਵਾਲਾ ਹੈ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਲੋ ਭਗਤ ਜੀ ਕਹਿੰਦੇ ਨੇ ਸਾਡਾ ਜਿਹੜਾ ਜੀਵਨ ਹੈ ਨਾ, ਇਹ ਵੀ ਅੰਬ ਦੇ ਫਲ ਵਰਗਾ ਹੈ।
ਅੰਬ ਦਾ ਦ੍ਰਿਸ਼ਟਾਂਤ ਦਿੰਦੇ ਨੇ ਵੀ ਜਦੋਂ ਅੰਬਾਂ ਦਾ ਕੋਈ ਬਾਗ ਲੱਗਿਆ ਹੋਵੇ ਜਾਂ ਕਿਸੇ ਨੇ ਲਾਇਆ ਹੋਵੇ, ਜਦੋਂ ਬਸੰਤ ਰੁੱਤ ਆਉਂਦੀ ਹੈ ਉਸ ਵੇਲੇ ਅੰਬਾਂ ਨੂੰ ਬੂਰ ਪੈਂਦਾ। ਉਸ ਤੋਂ ਬਾਅਦ ਹੌਲੀ ਹੌਲੀ ਉਸ ਨੂੰ ਛੋਟੀਆਂ ਅੰਬੀਆਂ ਲੱਗਦੀਆਂ ਨੇ। ਫਿਰ ਉਹਨਾਂ ਨੂੰ ਕਈ ਜਾਨਵਰ, ਕਾਂ, ਤੋਤੇ ਆ ਕੇ ਠੁੰਗਾ ਮਾਰਨ ਲੱਗ ਜਾਂਦੇ ਨੇ। ਫਿਰ ਹਨੇਰੀਆਂ ਵੀ ਆਉਂਦੀਆਂ ਨੇ, ਝੱਖੜ ਝੁੱਲਦੇ ਨੇ, ਉਹਨਾਂ ਦੀ ਮਾਰ ਨੂੰ ਵੀ ਉਹ ਸਹਾਰਦੇ ਨੇ। ਅਤੇ ਕਈ ਵਾਰੀ ਹਨੇਰੀ ਦੇ ਕਾਰਨ ਜਿਹੜੇ ਫਲ ਨੇ ਉਹ ਆਪਣੇ ਟਾਹਣੀ ਦੇ ਨਾਲੋਂ ਅੰਦਰੋਂ ਜਿਹੜੇ ਉਹਨਾਂ ਦੇ ਤਣੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਅਤੇ ਫਿਰ ਉਹ ਫਲ ਕੱਚੇ ਹੀ ਸੁੱਕ ਜਾਂਦੇ ਨੇ, ਪੱਕਦੇ ਨਹੀਂ, ਉਹਨਾਂ 'ਚ ਰਸ ਨਹੀਂ ਭਰਦਾ। ਕਬੀਰ ਭਗਤ ਜੀ ਹੁਣ ਉਸ ਅੰਬ ਦਾ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾਉਣ ਲੱਗੇ ਨੇ। ਕਬੀਰ ਫਲ ਲਾਗੇ ਫਲਣ, ਮੌਸਮ ਦੇ ਅਨੁਸਾਰ ਕਿਸੇ ਨੇ ਅੰਬਾਂ ਦਾ ਬਾਗ ਲਾਇਆ ਹੋਇਆ ਸੀ ਅਤੇ ਫਿਰ ਉਸ ਨੂੰ ਫਲ ਲੱਗੇ ਅਤੇ ਅੱਗੇ ਫਲੀ ਪੂਤ ਹੋਣ ਲੱਗ ਪਏ, ਪਾਕਣ ਲੱਗ ਗਏ ਅੰਬ। ਪਹਿਲਾਂ ਤਾਂ ਬੂਰ ਪਿਆ, ਫਿਰ ਅੰਬੀਆਂ ਲੱਗੀਆਂ, ਫਿਰ ਉਸ ਨੂੰ ਅੰਬ ਵੱਡੇ ਫਲ ਲੱਗੇ ਅਤੇ ਉਹ ਬਿਰਛ ਫਲੀ ਪੂਤ ਹੋਣ ਲੱਗੇ ਅਤੇ ਉਹਨਾਂ ਨੂੰ ਲੱਗੇ ਹੋਏ ਅੰਬ ਹੁਣ ਪੱਕਣ ਲੱਗ ਪਏ, ਭਾਵ ਉਹਨਾਂ ਵਿੱਚ ਰਸ ਭਰਨ ਲੱਗ ਗਿਆ। ਜਾਏ ਪਹੁੰਚਹਿ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਉਹ ਅੰਬ ਖਸਮ ਮਾਲਕ ਨੂੰ ਜਾ ਕੇ ਪਹੁੰਚਦੇ ਨੇ, ਮਾਲਕ ਦੇ ਚਰਨਾਂ ਵਿੱਚ ਭੇਟ ਹੁੰਦੇ ਨੇ ਅਤੇ ਉਹਦਾ ਆਹਾਰ ਬਣਦੇ ਨੇ, ਉਹਦੀ ਖੁਰਾਕ ਬਣਦੇ ਨੇ। ਜੋ ਬੀਚ ਨਾ ਖਾਹੀ ਕਾਮ, ਜਿਨ੍ਹਾਂ ਨੂੰ ਵਿੱਚੋਂ ਕਾਮ ਦਾ ਅਰਥ ਕੀਤਾ ਹੈ ਵੀ ਜਿਹੜੇ ਕਾਂ ਆਦਿਕ ਪੰਛੀ ਨੇ, ਤੋਤੇ, ਕਾਂ, ਕਾਟੂਆਂ, ਇਹਨਾਂ ਫਲਾਂ ਨੂੰ ਬਹੁਤ ਪੈਂਦੀਆਂ ਨੇ। ਜਿਨ੍ਹਾਂ ਨੂੰ ਉਹਨਾਂ ਜਾਨਵਰਾਂ ਨੇ ਨਾ ਕੱਟਿਆ ਹੋਵੇ, ਟੁਕਿਆ ਹੋਵੇ, ਭਾਵ ਨਾ ਖਰਾਬ ਹੋਣ, ਅਤੇ ਉਹੀ ਖਸਮ ਦੇ ਦਰਬਾਰ ਵਿੱਚ, ਉਹਦੀ ਹਾਜ਼ੂਰੀ ਵਿੱਚ ਪਹੁੰਚਦੇ ਨੇ। ਦੂਸਰਾ ਕਾਮ ਦਾ ਅਰਥ ਇਹ ਵੀ ਕੀਤਾ ਹੈ, ਕਾਮ ਦਾ ਅਰਥ ਹੈ ਕਾਣੋ। ਕਈ ਫਲਾਂ ਨੂੰ ਕੀੜੇ ਵੀ ਪੈ ਜਾਂਦੇ ਨੇ। ਹੁਣ ਤੁਸੀਂ ਕਈ ਵਾਰੀ ਅੰਬ ਚੀਰ ਦੇ ਵਿੱਚੋਂ ਸੁੰਡ ਨਿਕਲਦੇ ਆ, ਖਾਸ ਕਰਕੇ ਇਹ ਵੀ ਇੱਕ ਬਿਮਾਰੀ ਹੁੰਦੀ ਹੈ, ਜਾਂ ਬਰਸਾਤ ਦੇ ਕਾਰਨ ਕੁਝ ਨਾ ਕੁਝ ਫਲਾਂ ਵਿੱਚ ਨੁਕਸ ਵੀ ਪੈਂਦੇ। ਇਸੇ ਲਈ ਜਿਹੜੇ ਮਾਲੀ ਨੇ ਫਿਰ ਉਹਨਾਂ ਨੂੰ ਸਪਰੇਅ ਵੀ ਕਰਦੇ ਨੇ, ਵੀ ਕਈ ਵਾਰੀ ਫਲਾਂ ਨੂੰ ਕੀੜੇ ਪੈਣ ਲੱਗ ਜਾਂਦੇ ਨੇ, ਕਾਣੇ ਹੋਣ ਲੱਗ ਜਾਂਦੇ ਨੇ। ਕਾਮ ਦਾ ਅਰਥ ਵੀ ਕਾਣੇ, ਜਿਨ੍ਹਾਂ ਫਲਾਂ ਦੇ ਵਿੱਚ ਕਾਣੋ ਨਹੀਂ ਪੈਂਦੀ, ਭਾਵ ਜਿਹੜੇ ਫਲ ਕਾਣੇ ਨਹੀਂ ਹੁੰਦੇ ਉਹੀ ਮਾਲਕ ਦੇ ਦਰ 'ਤੇ ਪਹੁੰਚਦੇ ਨੇ। ਤੀਜਾ ਕਾਮ ਦਾ ਅਰਥ ਹੈ ਕੰਬਣੀ, ਹਨੇਰੀ ਦੇ ਨਾਲ ਅੰਦਰਲੇ ਤਣੇ ਜਿਹੜੇ ਨੇ ਜਿਨ੍ਹਾਂ 'ਚੋਂ ਰਸ ਭਰਦਾ ਹੈ ਉਹ ਟੁੱਟ ਜਾਣੇ, ਇਹਨੂੰ ਕਹਿੰਦੇ ਵੀ ਕਾਂ ਵਿਖਾ ਗਿਆ। ਇਹ ਜਿਹੜਾ ਫਲ ਸੀ ਇਹ ਕਾਂ ਵਿਖਾ ਗਿਆ ਹਨੇਰੀ ਨਾਲ, ਵੀ ਇਹ ਆਪਣਾ ਜਿਹੜਾ ਰਸ ਭਰਨੋਂ ਹਟ ਗਿਆ ਹੈ। ਅਤੇ ਜਿਹਨੂੰ ਕਾਂਬ ਨਹੀਂ ਖਾਂਦੀ, ਭਾਵ ਹਨੇਰੀ ਦੇ ਨਾਲ ਜਿਹਦੇ ਤਣੇ ਨਹੀਂ ਸੁੱਕਦੇ, ਫਿਰ ਉਹੀ ਮਾਲਕ ਦੇ ਦਰ 'ਤੇ ਪਹੁੰਚਦੇ ਨੇ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਜਿੰਨੇ ਜਗਿਆਸੂ ਨੇ ਉਹ ਵੀ ਅੰਬ ਦੇ ਫਲ ਵਰਗੇ ਨੇ। ਜਦੋਂ ਜਗਿਆਸੂ ਭਗਤੀ ਕਰਦੇ ਨੇ, ਪਹਿਲਾਂ ਸ਼ੁਭ ਗੁਣਾਂ ਦਾ ਬੂਰ ਪੈਂਦਾ, ਫਿਰ ਉਹ ਅੱਗੇ ਸਤ ਸੰਤੋਖ ਆਦਿ ਗੁਣ ਤੋਂ ਬਾਅਦ ਵੈਰਾਗ ਵਿਵੇਕ ਆਦਿ ਗੁਣ ਸਾਡੇ ਅੰਦਰ ਪੈਦਾ ਹੁੰਦੇ ਨੇ। ਇਹ ਸਮਝ ਲਓ ਅੰਬ ਪੱਕਣ ਲੱਗ ਪਏ ਨੇ। ਫਿਰ ਜਦੋਂ ਸਰਵਣ ਮੰਨਣ ਨਿਧਿਆਸਨ ਅੰਤਰੰਗ ਸਾਧਨ ਆਪਾਂ ਕਰਦੇ ਹਾਂ, ਉਸ ਵੇਲੇ ਕਈ ਵਾਰੀ ਜਿਹੜੇ ਵਿਕਾਰ ਨੇ, ਕਾਮ ਤੋਂ ਭਾਵ ਕਾਵਾਂ ਵਾਂਗੂ, ਪੰਛੀਆਂ ਵਾਂਗੂ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਆ ਕੇ ਠੁੰਗਾ ਮਾਰ ਜਾਂਦੇ ਨੇ। ਉਹ ਸਾਡੇ ਜੀਵਨ ਨੂੰ, ਸਾਡੇ ਮਨ ਨੂੰ ਵਿਕਾਰੀ ਕਰ ਦਿੰਦੇ ਨੇ। ਅਤੇ ਰੱਬ ਦੇ ਦਰ 'ਤੇ ਤਾਂ ਉਹੀ ਫਲ ਪਹੁੰਚੇਗਾ ਨਾ ਜਿਹਨੂੰ ਵਿੱਚੋਂ ਜਾਨਵਰਾਂ ਨੇ ਨਾ ਟੁਕਿਆ ਹੋਵੇ, ਜਾਂ ਕਾਣਾ ਨਾ ਹੋਇਆ ਹੋਵੇ, ਜਾਂ ਜਿਹਨੂੰ ਕਾਂਬ ਨਾ ਲੱਗੀ ਹੋਵੇ, ਉਹੀ ਮਾਲਕ ਦੇ ਦਰ 'ਤੇ ਪਹੁੰਚ ਸਕਦਾ ਹੈ। ਕਬੀਰ ਠਾਕੁਰ ਪੂਜਹਿ ਮੋਲ ਲੇ, ਮਨ ਹਠ ਤੀਰਥ ਜਾਹੇ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਮੈਨੂੰ ਜਿਹੜੇ ਮੂਰਤੀ ਪੂਜਕ ਲੋਕ ਨੇ ਉਹਨਾਂ ਨੂੰ ਵੇਖ ਕੇ
ਤਰਸ ਆਉਂਦਾ ਹੈ ਅਤੇ ਮੈਨੂੰ ਹੈਰਾਨੀ ਵੀ ਹੁੰਦੀ ਹੈ। ਕਿਹੜੀ ਗੱਲ ਤੋਂ ਹੈਰਾਨੀ ਹੁੰਦੀ ਹੈ? ਕਬੀਰ ਠਾਕੁਰ ਪੂਜੈ ਮੋਲ। ਬਈ ਦੇਖ ਲਓ, ਜਿਹੜੇ ਲੋਕ ਮੂਰਤੀਆਂ ਦੇ ਪੁਜਾਰੀ ਨੇ ਉਹ ਆਪ ਹੀ ਦੁਕਾਨਾਂ ਤੋਂ ਜਾ ਕੇ, ਸਟੋਰਾਂ ਤੋਂ ਜਾ ਕੇ, ਠਾਕੁਰ ਦਾ ਅਰਥ ਹੈ ਪੱਥਰ ਦੀਆਂ ਮੂਰਤੀਆਂ ਖਰੀਦ ਲੈਂਦੇ ਨੇ, ਮੁੱਲ ਹੀ ਖਰੀਦਦੇ ਨੇ ਨਾ, ਅਤੇ ਫਿਰ ਉਹਨਾਂ ਦੀ ਪੂਜਾ ਸ਼ੁਰੂ ਕਰ ਦਿੰਦੇ ਨੇ। ਉਹਨੂੰ ਭਗਵਾਨ ਸਮਝ ਕੇ, ਠਾਕੁਰ ਮੰਨ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਦੇ ਨੇ। ਕਬੀਰ ਠਾਕੁਰ ਪੂਜਾ ਮੁੱਲ, ਪੱਥਰਾਂ ਦੀਆਂ ਮੂਰਤੀਆਂ ਮੁੱਲ ਖਰੀਦ ਕੇ ਫਿਰ ਉਹਨੂੰ ਰੱਬ ਜਾਣ ਕੇ ਪੂਜਣ ਲੱਗ ਜਾਂਦੇ ਨੇ। ਮਨ ਹੱਠ ਤੀਰਥ ਜਾਹੇ, ਅਤੇ ਮਨ ਦੇ ਹੱਠ ਦੇ ਨਾਲ ਤੀਰਥਾਂ ਦੀ ਯਾਤਰਾ ਲਈ ਵੀ ਜਾਂਦੇ ਨੇ। ਹੁਣ ਆ ਜਦੋਂ ਸ਼ਿਵਰਾਤਰੀ ਦਾ ਸਮਾਂ ਆਉਂਦਾ ਹੈ, ਬਹੁਤ ਸਾਰੇ ਜਿਹੜੇ ਸ਼ਿਵ ਜੀ ਦੇ ਉਪਾਸ਼ਕ ਨੇ, ਕਾਬੜੀਏ, ਉਹ ਗੰਗਾ ਤੋਂ ਪਾਣੀ ਭਰਨ ਵਾਸਤੇ ਜਾਂਦੇ ਨੇ। ਕਈ ਨੰਗੇ ਪੈਰੀਂ ਵੀ ਜਾਂਦੇ ਨੇ। ਹੱਠ ਦੇ ਨਾਲ ਹੀ ਹੁੰਦੇ ਨੇ ਨਾ ਇਹ ਸਾਰੇ ਕੰਮ। ਇਉਂ ਮਨ ਦੇ ਹੱਠ ਦੇ ਨਾਲ ਉਹ ਤੀਰਥਾਂ 'ਤੇ ਵੀ ਜਾਂਦੇ ਹਨ। ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਭਗਤ ਕਬੀਰ ਜੀ ਕਹਿੰਦੇ ਨੇ ਇੱਕ ਦੂਸਰੇ ਨੂੰ ਦੇਖ ਦੇਖ ਕੇ ਫਿਰ ਉਹ ਜਿਹਾ ਸੰਗ ਉਹ ਧਾਰਨ ਕਰ ਲੈਂਦੇ ਨੇ। ਦੇਖਾ ਦੇਖੀ ਸ਼ਿਵ ਜੀ ਦੇ ਭਗਤਾਂ ਦਾ ਸਵਾਂਗ ਧਾਰਨ ਕਰਕੇ ਭੁੱਲੇ ਭਟਕਾਂ ਖਾਏ। ਉਹ ਆਪ ਤੇ ਭੁੱਲੇ ਹੋਏ ਨੇ ਅਤੇ ਭਟਕਾਂ ਖਾਏ, ਭਟਕਦੇ ਫਿਰਦੇ ਨੇ। ਅਤੇ ਪਰ ਜਿਹੜੇ ਦੂਜੇ ਨੇ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਨੂੰ ਵੀ ਪੱਥਰਾਂ ਦੀ ਪੂਜਾ, ਤੀਰਥਾਂ ਦੀ ਯਾਤਰਾ, ਇਹ ਫਜ਼ੂਲ ਜਿਹੜੇ ਫੋਕਟ ਕਰਮ ਨੇ, ਇਹਨਾਂ ਦੇ ਵਿੱਚ ਹੀ ਉਹਨਾਂ ਨੂੰ ਜੋੜਦੇ ਨੇ। ਜਿਹੜੇ ਆਪ ਚੱਕਰਾਂ ਵਿੱਚ ਪਏ ਹੋਏ ਨੇ, ਉਹਨਾਂ ਚੱਕਰਾਂ ਵਿੱਚ ਹੀ ਉਹਨਾਂ ਨੂੰ ਪਾ ਦਿੰਦੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਲੋ ਭਗਤ ਜੀ ਕਹਿੰਦੇ ਨੇ ਜਿਹੜਾ ਹਿੰਦੂ ਜਗਤ ਹੈ, ਉਹਨਾਂ ਨੇ ਪਾਹਨ, ਪੱਥਰ ਨੂੰ ਹੀ ਪਰਮੇਸ਼ਰ ਮਿਥ ਲਿਆ ਹੈ। ਕੋਈ ਸ਼ਿਵਲਿੰਗ ਨੂੰ, ਕੋਈ ਪੱਥਰ ਦੀਆਂ ਮੂਰਤੀਆਂ ਨੂੰ ਰੱਬ ਸਮਝਣ ਲੱਗ ਪਿਆ। ਪੂਜੈ ਸਭ ਸੰਸਾਰ, ਜਿੰਨਾ ਹਿੰਦੂ ਜਗਤ ਹੈ ਉਹ ਸਾਰਾ ਪੱਥਰਾਂ ਨੂੰ ਪੂਜ ਰਿਹਾ ਹੈ। ਇਸ ਪਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਲੋ ਭਗਤ ਜੀ ਕਹਿੰਦੇ ਜਿਹੜੇ ਇਸ ਪੱਥਰ ਦੇ ਜਿਹੜੇ ਭਗਵਾਨ ਨੇ, ਪੱਥਰ ਦੇ ਰੱਬ ਨੇ, ਜਿਹੜੇ ਆਪ ਹੀ ਮੁੱਲ ਖਰੀਦੇ ਹੁੰਦੇ ਨੇ, ਜਿਹੜਾ ਇਹਨਾਂ ਦੇ ਭਰੋਸੇ 'ਤੇ ਰਹਿੰਦਾ, ਜਿਹੜਾ ਇਹ ਸਮਝਦਾ ਵੀ ਇਹ ਪੱਥਰ ਮੇਰੀ ਕਲਿਆਣ ਕਰ ਦੇਣਗੇ, ਇਹਨਾਂ ਨੇ ਕਲਿਆਣ ਨਹੀਂ ਕਰਨੀ। ਬੁੱਢੇ ਕਾਲੀ ਧਾਰੋ, ਤੇ ਆਪ ਹੀ ਕਾਲੀ ਧਾਰ ਵਿੱਚ ਡੁੱਬਦੇ ਨੇ। ਕਿਸੇ ਪੱਥਰ ਨੂੰ ਜਾਂ ਪੱਥਰ ਦੀ ਮੂਰਤੀ ਨੂੰ ਪਾਣੀ ਵਿੱਚ ਸੁੱਟ ਕੇ ਤਾਂ ਦੇਖੋ, ਉਹ ਪਾਣੀ ਵਿੱਚ ਡੁੱਬ ਜਾਂਦੀ ਹੈ। ਕਲਗੀਧਰ ਪਾਤਸ਼ਾਹ ਨੇ ਬੜਾ ਸੋਹਣਾ ਵਿਅੰਗ ਕੀਤਾ ਹੈ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟੋ ਕਾਲ ਫਾਸਤੇ ਤਬ ਹੀ, ਗਹੋ ਸਰਨ ਜਗਤਾਗਰ। ਵੀ ਜਿਹੜੇ ਆਪ ਹੀ ਡੁੱਬਦੇ ਨੇ, ਤੁਹਾਨੂੰ ਕਿਵੇਂ ਤਾਰਨਗੇ? ਇਸ ਵਾਸਤੇ ਸਾਨੂੰ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਉਪਾਸਨਾ ਕਰਨੀ ਚਾਹੀਦੀ ਹੈ। ਕਬੀਰ ਕਾਗਦ ਕੀ ਓਬਰੀ, ਮਸ ਕੇ ਕਰਮ ਕਪਾਟ। ਕਾਲੀ ਧਾਰ ਦਾ ਵਿਦਵਾਨਾਂ ਨੇ ਇਹ ਵੀ ਭਾਵ ਪ੍ਰਗਟ ਕੀਤਾ ਹੈ, ਜਿੰਨਾ ਸਮੁੰਦਰ ਦਾ ਪਾਣੀ ਡੂੰਘਾ ਹੋਵੇ ਨਾ, ਤੇ ਉੱਥੇ ਉਹ ਕਾਲੀ ਜੀ ਭਾਅ ਮਾਰਦੀ ਹੈ। ਜੇ ਪਾਣੀ ਡੂੰਘਾ ਨਾ ਹੋਵੇ ਫਿਰ ਹਰਾ ਹਰਾ ਰੰਗ ਦਿਖਾਈ ਦਿੰਦਾ ਹੈ। ਜੇ ਪਾਣੀ ਡੂੰਘਾ ਹੋਵੇ ਫਿਰ ਕਾਲੀ ਜੀ ਭਾਅ ਉਹਦੇ ਵਿੱਚੋਂ ਮਾਰਦੀ ਹੈ। ਇਸ ਤਰ੍ਹਾਂ ਜਿਹੜੀ ਮੌਤ ਹੈ, ਇਹ ਕਾਲੀ ਧਾਰ ਹੈ, ਬਹੁਤ ਡੂੰਘਾ ਪਾਣੀ ਹੈ, ਉਹਦੇ ਵਿੱਚ ਹੀ ਉਹ ਜਾ ਕੇ ਡੁੱਬਦੇ ਨੇ। ਅਥਵਾ ਜਿਹੜੀ ਬੈਤ ਤਰਨੀ ਦੀ ਕਾਲੀ ਧਾਰ ਹੈ, ਉਹਦੇ ਵਿੱਚ ਜਾ ਕੇ ਡੁੱਬਦੇ ਨੇ। ਕਬੀਰ ਭਗਤ ਜੀ ਹੁਣ ਅੱਗੇ ਜਿਹੜੇ ਵੀ ਇਹ ਜਿਹੜੇ ਲੋਕ ਨੇ ਕਰਮ ਕਾਂਡ ਦੇ ਵਿੱਚ ਫਸੇ ਹੋਏ, ਉਹਨਾਂ ਦੀ ਹਾਲਤ ਬਿਆਨ ਕਰਦੇ ਹਨ। ਵੀ ਜਿਹੜੇ ਪੰਡਤ ਲੋਕ ਨੇ ਕਰਮਕਾਂਡੀ, ਇਹ ਕਰਮਕਾਂਡੀਆਂ ਦੀ ਗੱਲ ਹੈ, ਉਹਨਾਂ ਦੀ ਹਾਲਤ ਬਿਆਨ ਕਰਦੇ ਨੇ। ਕਬੀਰ ਕਾਗਦ ਕੀ ਓਬਰੀ, ਓਬਰੀ ਦਾ ਅਰਥ ਹੁੰਦਾ ਹੈ ਜਿਵੇਂ ਜੇਲ੍ਹ ਖਾਨੇ ਦੀ ਕੋਈ ਕੋਠੜੀ ਹੋਵੇ। ਇੱਕ ਆਮ ਇਹ ਵੀ ਸਾਡੀ ਬੋਲ ਚਾਲ ਦੇ ਵਿੱਚ ਕਹਿੰਦੇ ਫਲਾਣੇ ਨੂੰ ਕੋਠੀ ਲੱਗ ਗਈ ਹੈ। ਭਾਵ ਕਈ ਜਿਹੜੇ ਖਤਰਨਾਕ ਕੈਦੀ ਹੁੰਦੇ ਨੇ, ਫਿਰ ਉਹਨਾਂ ਨੂੰ ਛੋਟੀਆਂ ਛੋਟੀਆਂ ਬੈਰਕਾਂ ਬਣੀਆਂ ਹੁੰਦੀਆਂ ਨੇ, ਅਤੇ ਉਹਨਾਂ ਵਿੱਚ ਕੱਲਿਆਂ ਕੱਲਿਆਂ ਨੂੰ ਰੱਖਿਆ ਜਾਂਦਾ ਹੈ। ਕਹਿੰਦੇ ਨੇ ਹੁਣ ਫਲਾਣੇ ਨੂੰ ਕੋਠੀ ਲੱਗ ਗਈ ਹੈ। ਲੋ ਭਗਤ ਜੀ ਕਹਿੰਦੇ ਨੇ ਕਬੀਰ ਕਾਗਦ ਕੀ ਓਬਰੀ, ਆ ਜਿਹੜੇ ਕਰਮ ਕਾਂਡ ਦੇ ਲਿਖੇ ਗ੍ਰੰਥ ਨੇ ਨਾ, ਇਹ ਮਾਨੋ ਕਾਗਜ਼ਾਂ ਦੀ
ਓਬਰੀ ਦਾ ਅਰਥ ਹੈ ਜੇਲ੍ਹ ਖਾਨੇ ਦੀ ਕੋਠੜੀ ਬਣੀ ਹੋਈ ਹੈ। ਮਸਕੇ ਕਰਮ ਕਪਾਟ, ਜਿਹੜੀ ਸਿਆਹੀ ਨਾਲ ਕਰਮ ਕਾਂਡ ਦੇ ਉਪਦੇਸ਼ ਲਿਖੇ ਨੇ, ਉਹ ਮਾਨੋ ਇਸ ਨੂੰ ਕਪਾਟ ਕਵਾੜ ਲੱਗੇ ਹੋਏ ਨੇ, ਤਖਤੇ ਲੱਗੇ ਹੋਏ ਨੇ। ਜਿਹੜੇ ਧਰਮ ਗ੍ਰੰਥਾਂ ਦੇ ਕਰਮ ਕਾਂਡ ਦੇ ਲਿਖਣ ਵਾਲੇ ਕਾਗਜ਼ ਨੇ, ਉਹ ਤੇ ਜੇਲ੍ਹ ਖਾਨੇ ਦੀ ਕੋਠੜੀ ਹੈ, ਅਤੇ ਜਿਹੜੀ ਸਿਆਹੀ ਨਾਲ ਉਹ ਕਰਮ ਕਾਂਡ ਦੇ ਲੇਖ ਲਿਖੇ ਗਏ ਨੇ, ਉਹ ਮਾਨੋ ਉਸ ਨੂੰ ਕਵਾੜ ਲੱਗੇ ਹੋਏ ਹਨ। ਪਾਹਨ ਬੋਰੀ ਪਿਰਥਮੀ ਪੰਡਤ ਪਾੜੀ ਬਾਟ। ਜਿਹੜੇ ਪੰਡਤ ਲੋਕ ਨੇ, ਬੜੇ ਚੁਸਤ ਚਲਾਕ ਤੇ ਮਕਾਰ ਬੰਦੇ ਨੇ, ਪਾੜੀ ਬਾਟ ਉਹਨਾਂ ਨੇ ਰਾਹੀ, ਜਿਵੇਂ ਕੋਈ ਧਾੜਵੀ ਲੋਕ ਰਸਤੇ ਵਿੱਚ ਹੀ ਡਾਕੂ ਕਿਸੇ ਨੂੰ ਲੁੱਟ ਲੈਂਦੇ ਨੇ ਨਾ, ਪੰਡਤ ਪਾੜੀ ਬਾਟ, ਇਹਨਾਂ ਪੰਡਤਾਂ ਨੇ ਇਹ ਰਸਤਾ ਹੀ ਲੁੱਟ ਲਿਆ ਹੈ। ਭਾਵ ਡਾਕੂਆਂ ਵਾਂਗੂ ਇਹਨਾਂ ਪੰਡਤਾਂ ਨੇ ਡਾਕਾ ਮਾਰਿਆ। ਭੋਲੇ ਭਾਲੇ ਲੋਕਾਂ ਦੇ ਨਾਲ ਉਹਨਾਂ ਨੇ ਐਸੀ ਇਹ ਜ਼ਿਆਦਤੀ ਕੀਤੀ ਹੈ, ਧੱਕੇਸ਼ਾਹੀ ਕੀਤੀ ਹੈ, ਉਹਨਾਂ ਨੂੰ ਭਗਤੀ ਵੱਲੋਂ ਹਟਾ ਕੇ ਕਰਮ ਕਾਂਡ ਦੇ ਵਿੱਚ ਪੱਥਰਾਂ ਦੀ ਪੂਜਾ, ਤੀਰਥਾਂ ਦੀ ਯਾਤਰਾ ਕਰਨ ਦੇ ਵਿੱਚ ਜੋੜ ਦਿੱਤਾ। ਪਾਹਨ ਬੋਰੀ ਪ੍ਰਥਮੀ, ਜਿਨ੍ਹਾਂ ਪੱਥਰਾਂ ਨੂੰ ਰੱਬ ਕਹਿੰਦੇ ਨੇ, ਠਾਕੁਰ ਕਹਿੰਦੇ ਨੇ, ਭਗਵਾਨ ਮੰਨਦੇ ਨੇ, ਉਹਨਾਂ ਨੇ ਸਾਰੀ ਧਰਤੀ ਡੋਬ ਛੱਡੀ ਹੈ। ਪ੍ਰਿਥਵੀ ਤੋਂ ਭਾਵ ਧਰਤੀ, ਭਾਵ ਕੁੱਲ ਕਾਇਨਾਤ, ਜਿਹੜੇ ਉਸ ਪੱਥਰਾਂ 'ਤੇ ਭਰੋਸਾ ਰੱਖਦੇ ਨੇ, ਅਤੇ ਪੱਥਰ ਆਪ ਵੀ ਡੁੱਬਦੇ ਨੇ, ਅਤੇ ਜਿਹੜੇ ਪੱਥਰਾਂ ਨੂੰ ਪੂਜਣ ਵਾਲੇ ਨੇ ਉਹ ਵੀ ਭਾਈ ਸਮੁੰਦਰ ਵਿੱਚ, ਦਰਿਆ ਵਿੱਚ ਡੁੱਬ ਜਾਂਦੇ ਹਨ। ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਲੋ ਭਗਤ ਜੀ ਕਹਿੰਦੇ ਨੇ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜਦੋਂ ਕੋਈ ਚੰਗਾ ਕੰਮ ਕਰਨਾ ਹੋਵੇ ਉਹਦੇ ਲਈ ਕਦੇ ਆਲਸ ਨਾ ਕਰੋ। ਪਰ ਸਾਡਾ ਇੱਕ ਸੁਭਾਅ ਬਣਿਆ ਹੋਇਆ, ਚੰਗਿਆਈ ਆਲਸ ਕਰੇ, ਬੁਰਿਆਈ ਹੋਏ ਸਿਰ। ਚੰਗੇ ਕੰਮ ਲਈ ਅਸੀਂ ਆਲਸ ਕਰਦੇ ਹਾਂ, ਮਾੜੇ ਕੰਮ ਲਈ ਸ਼ੇਰ ਬਣ ਜਾਂਦੇ ਹਾਂ, ਦਲੇਰ ਹੋ ਜਾਂਦੇ ਹਾਂ। ਪੱਬਾਂ ਕਲੱਬਾਂ ਵਿੱਚ ਜਾਣਾ ਹੋਵੇ, ਸਾਰੀ ਸਾਰੀ ਰਾਤ ਜਾਗ ਸਕਦੇ ਹਾਂ, ਪਰ ਜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਹੋਵੇ ਤਾਂ ਸਾਨੂੰ ਮੌਤ ਪੈ ਜਾਂਦੀ ਹੈ। ਇਹ ਸਾਡੀ ਹਾਲਤ ਬਣੀ ਹੋਈ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕਾਲ ਕਰੰਤ ਅਬਹਿ ਕਰ। ਹੁਣ ਕਈ ਬੰਦਿਆਂ ਦਾ ਸੁਭਾਅ ਇਹੋ ਜਿਹਾ ਹੁੰਦਾ, ਜੇ ਉਹਨਾਂ ਨੂੰ ਕਹੀਏ ਵੀ ਆਹ ਕੰਮ ਕਰ ਲਓ, ਕਹਿੰਦੇ ਕੱਲ੍ਹ ਨੂੰ ਕਰ ਲਾਂਗੇ। ਜਦੋਂ ਕੱਲ੍ਹ ਆਉਂਦਾ ਹੈ ਫਿਰ ਕਹਿੰਦੇ ਭਾਈ ਕਰ ਲਓ ਕੰਮ ਅੱਜ, ਕਹਿੰਦੇ ਹੁਣ ਅਗਲੇ ਕੱਲ੍ਹ ਨੂੰ ਕਰਾਂਗੇ। ਕੱਲ੍ਹ ਕੱਲ੍ਹ ਕਹਿ ਕੇ ਸਮਾਂ ਟਾਲੀ ਜਾਂਦੇ ਨੇ। ਪਰ ਭਗਤ ਜੀ ਕਹਿੰਦੇ ਨੇ, ਕੰਮ ਉਹ ਹੈ ਜਿਹੜਾ ਕਰ ਲਈਏ, ਅਤੇ ਜੇ ਸਲਾਹਾਂ ਹੀ ਕਰਦੇ ਰਹੇ ਫਿਰ ਨਹੀਂ ਕੋਈ ਕੰਮ ਸਿਰੇ ਹੋ ਚੜ੍ਹ ਸਕਦਾ। ਕਬੀਰ ਕਾਲ ਕਰੰਤ ਅਬਹਿ ਕਰ। ਕਬੀਰ ਭਗਤ ਜੀ ਕਹਿੰਦੇ, ਜਿਹੜਾ ਕੰਮ ਤੂੰ ਕੱਲ੍ਹ ਨੂੰ ਕਰਨਾ ਹੈ, ਤੂੰ ਕਹਿੰਦਾ ਭਲਕੇ ਕਰਾਂਗੇ, ਅਬਹਿ ਕਰ, ਉਹ ਕੰਮ ਨੂੰ ਹੁਣੇ ਕਿਉਂ ਨਹੀਂ ਕਰ ਲੈਂਦਾ? ਜਿਹੜਾ ਕੰਮ ਤੂੰ ਕਹਿੰਦਾ ਕੱਲ੍ਹ ਕਰਨਾ, ਉਹਨੂੰ ਅੱਜ ਵੀ ਕਰ ਸਕਦਾ ਹੈ ਨਾ, ਅੱਜ ਕਰ ਲੈ। ਨਿਤਨੇਮ ਕਰਨਾ ਹੈ, ਸੰਗਤ ਕਰਨੀ ਹੈ, ਭਜਨ ਬੰਦਗੀ ਕਰਨੀ ਹੈ, ਕਿਤੇ ਯਾਤਰਾ ਲਈ ਜਾਣਾ ਹੈ। ਜਿਹੜਾ ਅੱਜ ਦਾ ਕੰਮ ਹੈ ਕੱਲ੍ਹ 'ਤੇ ਨਾ ਛੱਡੋ, ਜਿਹੜਾ ਕੱਲ੍ਹ ਨੂੰ ਕਰਨਾ ਹੈ ਅੱਜ ਕਰੋ। ਅਬ ਕਰਤਾ ਸੋਏ ਤਾਲ, ਜਿਹੜਾ ਕਹਿੰਦਾ ਵੀ ਹੁਣ ਅੱਜ ਕਰਨਾ ਹੈ, ਕਹਿੰਦਾ ਕੋਈ ਨਹੀਂ ਸ਼ਾਮ ਨੂੰ ਕਰ ਲਾਂਗੇ। ਅਬ ਕਰਤਾ ਸੋਏ ਤਾਲ, ਜਿਹੜਾ ਹੁਣ ਵੀ ਕਰਨਾ ਹੈ, ਅੱਜ ਵੀ ਕਰਨਾ, ਸੋਏ ਤਾਲ ਉਸੇ ਵੇਲੇ ਕਰ ਲਓ ਜਦੋਂ ਤੁਹਾਡੇ ਕੋਲ ਸਮਾਂ ਹੋਵੇ ਅਤੇ ਫੁਰਸਤ ਹੋਵੇ। ਚੰਗੇ ਕੰਮ ਦੇ ਲਈ ਸਾਨੂੰ ਕਦੇ ਦੇਰੀ ਨਹੀਂ ਕਰਨੀ ਚਾਹੀਦੀ। ਪਾਸ਼ੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੈ ਕਾਲ। ਲੋ ਭਗਤ ਜੀ ਕਹਿੰਦੇ ਨੇ, ਜਦੋਂ ਸਿਰ ਉੱਤੇ ਕਾਲ ਆ ਗਿਆ, ਜਦੋਂ ਆ ਕੇ ਕਾਲ ਦਾ ਡੰਕਾ ਵੱਜ ਗਿਆ, ਪਾਸ਼ਾ ਕਛੂ ਨਾ ਹੋਏਗਾ, ਫਿਰ ਪਿੱਛੋਂ ਤੇ ਕੁਝ ਨਹੀਂ ਹੋਣਾ। ਜੋ ਕਰਨਾ ਪਹਿਲਾਂ ਹੀ ਕਰ ਲੈਣਾ ਚਾਹੀਦਾ। ਸਮਾਂ ਬੀਤਿਆ ਮੁੜ ਕੇ ਹੱਥ ਨਹੀਂ ਆਉਂਦਾ। ਇਸੇ ਲਈ ਧਰੂ ਭਗਤ ਨੇ ਬਾਲ ਅਵਸਥਾ ਵਿੱਚ ਨਾਮ ਜਪ ਲਿਆ। ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਜਵਾਨੀ ਵਿੱਚ ਭਗਤੀ ਕਰ ਲਈ, ਅਤੇ ਕਈ ਬਾਬਾ ਫਰੀਦ ਜੀ ਵਰਗਿਆਂ ਨੇ ਵਡੇਪੇ ਵਿੱਚ ਵੀ ਵਾਹਿਗੁਰੂ ਦੀ ਬੰਦਗੀ ਕੀਤੀ। ਪਰ ਜਦੋਂ ਸਮਾਂ ਮਿਲੇ ਉਹ ਕੰਮ ਬੰਦਗੀ ਵਾਲਾ ਧਰਮ ਦਾ ਕੰਮ ਕਰ ਲੈਣਾ ਚਾਹੀਦਾ। ਸੇਵਾ, ਸਿਮਰਨ, ਪਰਉਪਕਾਰ, ਤਿਆਗ, ਕੁਰਬਾਨੀ, ਜਦੋਂ ਸਮਾਂ ਮਿਲੇ ਇਸ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।
ਜਿਹੜਾ ਕੱਲ੍ਹ ਕਰਨਾ ਅੱਜ ਕਰੋ, ਜਿਹੜਾ ਅੱਜ ਕਰਨਾ ਉਸੇ ਵੇਲੇ ਕਰੋ। ਜਦੋਂ ਸਿਰ 'ਤੇ ਕਾਲ ਆ ਗਿਆ ਫਿਰ ਕੁਝ ਨਹੀਂ ਹੋਣਾ। ਜਦੋਂ ਰਾਮ ਤੇ ਰਾਵਣ ਦਾ ਯੁੱਧ ਹੋਇਆ, ਇਹ ਰਮਾਇਣ ਦੀ ਕਥਾ ਹੈ, ਤੇ ਰਾਵਣ ਮਰਨ ਪ੍ਰਣਾਉ ਸੀ। ਰਾਮ ਚੰਦਰ ਜੀ ਨੇ ਲਛਮਣ ਨੂੰ, ਆਪਣੇ ਭਰਾ ਨੂੰ ਆਖਿਆ, ਲਛਮਣ ਤੂੰ ਰਾਵਣ ਕੋਲ ਜਾ। ਉਹ ਇੱਕ ਬੜਾ ਸਿਆਣਾ ਦਾਰਸ਼ਨਿਕ, ਫਿਲਾਸਫਰ, ਵਿਗਿਆਨੀ, ਤਜਰਬੇਕਾਰ ਬਾਦਸ਼ਾਹ ਹੋਇਆ। ਉਹ ਹੁਣ ਮਰਨ ਕਿਨਾਰੇ ਹੈ। ਤੂੰ ਉਹਦੇ ਕੋਲੋਂ ਜਾ ਕੇ ਕੋਈ ਉਪਦੇਸ਼ ਲੈ, ਕੋਈ ਬਚਨ ਸੁਣ। ਲਛਮਣ ਕਹਿਣ ਲੱਗਾ, ਇਹ ਤੇ ਸਾਡਾ ਦੁਸ਼ਮਣ ਹੈ, ਇਸ ਨੇ ਸਾਡੀ ਇੱਜ਼ਤ ਨੂੰ ਹੱਥ ਪਾਇਆ, ਇਹਦੇ ਕੋਲੋਂ ਉਪਦੇਸ਼ ਲੈਣ ਜਾਵਾਂ, ਇਹਦੇ ਕੋਲੋਂ ਬਚਨ ਸੁਣਨ ਵਾਸਤੇ ਜਾਵਾਂ, ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ। ਰਾਮ ਜੀ ਕਹਿਣ ਲੱਗੇ, ਨਹੀਂ, ਸਿਆਣੇ ਬੰਦੇ ਤੋਂ ਚੰਗਾ ਗੁਣ ਸਿੱਖ ਲੈਣਾ ਚਾਹੀਦਾ। ਫਿਰ ਇਹ ਗਿਆ। ਉਹ ਮਰਨ ਪ੍ਰਣਾਉ ਸੀ, ਆਖਰੀ ਸਾਹ ਲੈ ਰਿਹਾ ਸੀ। ਉਹਦੇ ਸਿਰ ਵਾਲੇ ਪਾਸੇ ਜਾ ਕੇ ਖਲੋ ਗਿਆ। ਕਹਿਣ ਲੱਗਾ, ਰਾਵਣ ਕੋਈ ਗੱਲਬਾਤ ਸੁਣਾ। ਉਹਨੇ ਕੋਈ ਉਸ ਦਾ ਜਵਾਬ ਨਹੀਂ ਦਿੱਤਾ, ਉਹ ਖਾਲੀ ਮੁੜੇ ਆਇਆ। ਰਾਮ ਜੀ ਕਹਿਣ ਲੱਗੇ, ਤੂੰ ਗਿਆ ਸੀ? ਕਹਿੰਦਾ, ਮੈਂ ਗਿਆ ਸੀ। ਉੱਥੇ ਜਾ ਕੇ ਕਿਵੇਂ ਪੁੱਛਿਆ ਸੀ? ਕਹਿੰਦਾ, ਸਿਰ ਵਾਲੇ ਪਾਸੇ ਖੜ ਕੇ। ਰਾਮ ਜੀ ਕਹਿਣ ਲੱਗੇ, ਭਲਿਆ ਲੋਕਾ, ਜਿਹਦੇ ਕੋਲੋਂ ਕੁਛ ਗੁਣ ਲੈਣਾ ਹੋਵੇ, ਕੁਝ ਸਿੱਖਿਆ ਲੈਣੀ ਹੋਵੇ, ਉਹਦੇ ਚਰਨਾਂ ਵਾਲੇ ਪਾਸੇ ਖੜੀਦਾ, ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕਰੀਦੀ ਹੈ। ਤੂੰ ਹੰਕਾਰ ਦੇ ਵਿੱਚ ਜਾ ਕੇ ਸਿਰ ਵਾਲੇ ਪਾਸੇ ਖੜੋ ਗਿਆ। ਫਿਰ ਉਹਨੇ ਤੈਨੂੰ ਕੀ ਗੁਣ ਦੱਸਣਾ ਸੀ? ਕੀ ਕੋਈ ਤੈਨੂੰ ਸਿੱਖਿਆ ਦੇਣੀ ਸੀ? ਹੁਣ ਦੁਬਾਰਾ ਸ਼ਰਧਾ ਨਾਲ, ਹਲੀਮੀ ਨਾਲ, ਨਿਮਰਤਾ ਨਾਲ ਜਾ। ਫਿਰ ਜਦੋਂ ਦੁਬਾਰਾ ਗਿਆ ਤੇ ਉਸਨੇ ਹੱਥ ਜੋੜ ਕੇ ਉਹਦੇ ਚਰਨਾਂ ਵੱਲ ਖਲੋ ਕੇ ਸੀਸ ਝੁਕਾਇਆ ਤੇ ਨਾਲ ਕਹਿਣ ਲੱਗਾ, ਹੈ ਰਾਵਣ ਬਾਦਸ਼ਾਹ, ਕੋਈ ਅੰਤਮ ਬਚਨ ਸਰਵਣ ਕਰਵਾਓ। ਤਾਂ ਉਸ ਵੇਲੇ ਰਾਵਣ ਨੇ ਆਪਣੇ ਜੀਵਨ ਦਾ ਤਜਰਬਾ ਇਹ ਦੱਸਿਆ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਸਮੇਂ ਦੀ ਕਦਰ ਕਰੋ। ਮੈਂ ਸਮੇਂ ਦੀ ਕਦਰ ਨਹੀਂ ਕੀਤੀ, ਭਾਵੇਂ ਮੈਂ ਬਾਦਸ਼ਾਹ ਹਾਂ। ਰਾਵਣ ਨੇ ਵੇਦਾਂ ਦਾ ਵੀ ਟੀਕਾ ਲਿਖਿਆ ਸੀ, ਵਿਦਵਾਨ ਬੜਾ ਤਕੜਾ ਸੀ, ਤੇ ਮੈਂ ਹੁਣ ਉਹ ਸਮੇਂ ਨੂੰ ਪਛਤਾ ਰਿਹਾ। ਜੇ ਮੈਂ ਉਹ ਗਲਤੀ ਨਾ ਕਰਦਾ ਸੀਤਾ ਨੂੰ ਚੁਰਾਉਣ ਦੀ। ਫਿਰ ਜਦੋਂ ਰਾਮ ਜੀ ਨੇ ਅੰਗਦ ਦੂਤ ਭੇਜਿਆ ਬਈ ਐਵੇਂ ਲੜਾਈ ਕਰਨ ਦਾ ਕੋਈ ਫਾਇਦਾ ਨਹੀਂ, ਬਗਾਨੇ ਪੁੱਤਾਂ ਨੂੰ ਮਰਵਾਵਾਂਗੇ, ਤੂੰ ਸੀਤਾ ਵਾਪਸ ਕਰ ਦੇ, ਅਸੀਂ ਚਲੇ ਜਾਵਾਂਗੇ। ਤੂੰ ਮੰਨਿਆ ਨਾ। ਉਹ ਸਮਾਂ ਹੱਥੋਂ ਲੰਘਿਆ, ਮੁੜ ਕੇ ਹੱਥ ਨਹੀਂ ਆਉਂਦਾ। ਇਸੇ ਵਾਸਤੇ ਮੈਂ ਤੁਹਾਨੂੰ ਅੰਤਮ ਬਚਨ, ਕੰਮ ਆਉਣ ਵਾਲਾ ਇਹੀ ਦੱਸਦਾ ਹਾਂ, ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡੋ, ਸਮੇਂ ਦੀ ਕਦਰ ਕਰੋ। ਜੋ ਕੰਮ ਕਰਨਾ ਸਹੀ ਟਾਈਮ ਸਿਰ ਕਰੋ ਅਤੇ ਫਿਰ ਪਛਤਾਉਣਾ ਨਹੀਂ ਪੈਂਦਾ। ਬਸ ਆਹੀ ਮੇਰੀ ਸਿੱਖਿਆ ਹੈ। ਅਤੇ ਭਗਤ ਜੀ ਵੀ ਇਹੀ ਕਹਿੰਦੇ ਨੇ, ਫਿਰ ਕੁਝ ਨਹੀਂ ਹੋਣਾ। ਜਦੋਂ ਸਿਰ ਉੱਤੇ ਕਾਲ ਆ ਗਿਆ, ਫਿਰ ਤੇ ਸਾਨੂੰ ਇੱਥੋਂ ਤੁਰਨਾ ਪਵੇਗਾ। ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ। ਲੋ ਕਬੀਰ ਭਗਤ ਜੀ ਦੇ ਕੋਲ ਇੱਕ ਪਖੰਡੀ ਆ ਗਿਆ। ਕਿਉਂ? ਬਨਾਰਸ ਦੇ ਵਿੱਚ ਅਸਲੀ ਸਾਧੂ ਵੀ ਰਹਿੰਦੇ ਨੇ ਅਤੇ ਕਈ ਪਖੰਡੀ ਵੀ ਸਨ। ਜਿਵੇਂ ਭਗਤ ਕਬੀਰ ਜੀ ਦੇ ਸਮੇਂ ਕੁਛ ਪ੍ਰੇਮੀ ਆਏ ਭਗਤ ਜੀ ਦੇ ਪਾਸ। ਉਹਨਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਲੁੱਟੇ ਗਏ ਹਾਂ। ਭਗਤ ਜੀ ਕਹਿਣ ਲੱਗੇ, ਕਿਵੇਂ? ਅਸੀਂ ਫਲਾਣੇ ਆਸ਼ਰਮ ਦੇ ਵਿੱਚ ਰਾਤ ਕੱਟੀ ਸੀ, ਸਾਡਾ ਤੇ ਸਾਰਾ ਸਮਾਨ, ਕੈਸ਼, ਨਕਦੀ ਸਭ ਕੁਝ ਚੋਰੀ ਹੋ ਗਿਆ। ਭਗਤ ਜੀ ਕਹਿਣ ਲੱਗੇ, ਉਹ ਬੰਦੇ ਕਿਹੋ ਜਿਹੇ ਸਨ? ਕਹਿੰਦੇ ਰੱਬ ਦਾ ਨਾਮ ਜਪਣ ਵਾਲੇ ਸਨ। ਕੋਈ ਇਹ ਕਹਿ ਰਿਹਾ ਸੀ ਨਾਰਾਇਣ ਨਾਰਾਇਣ, ਦੂਸਰਾ ਕਹਿ ਰਿਹਾ ਸੀ ਦਾਮੋਦਰ ਦਾਮੋਦਰ,
ਤੀਜਾ ਕਹਿ ਰਿਹਾ ਸੀ ਬਿੰਦਰਾ ਬਨ ਬਿੰਦਰਾ ਬਨ, ਅਤੇ ਚੌਥਾ ਕਹਿੰਦਾ ਸੀ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ। ਭਗਤ ਜੀ ਹੱਸ ਪਏ, ਕਹਿਣ ਲੱਗੇ ਇਹ ਤਾਂ ਉਹ ਪਖੰਡੀਆਂ ਨੇ, ਠੱਗਾਂ ਨੇ, ਇਹ ਕੋਟ ਵਰਡ ਬਣਾਏ ਹੋਏ ਨੇ ਰੱਬ ਦੇ ਨਾਂ ਦੇ। ਜਿਹੜਾ ਨਰਾਇਣ ਕਹਿੰਦਾ ਸੀ ਉਹ ਕਹਿੰਦਾ ਵੀ ਆਦਮੀ ਆ ਗਿਆ ਹੈ, ਆਦਮੀ ਆ ਗਏ ਨੇ, ਸਾਵਧਾਨ ਹੋ ਜਾਵੋ। ਦੂਜਾ ਕਹਿਣ ਲੱਗਾ ਦਾਮੋਦਰ, ਇਹਨਾਂ ਦੇ ਲੱਕ ਨੂੰ ਰੁਪਇਆਂ ਦੀਆਂ ਵਾਂਸਲੀਆਂ ਬੰਨੀਆਂ ਹੋਈਆਂ ਨੇ, ਇਹਨਾਂ ਕੋਲ ਮਾਇਆ ਵੀ ਹੈ, ਕੈਸ਼ ਵੀ ਹੈ। ਦੂਜਾ ਇਹ ਸੰਕੇਤ ਦੇ ਰਿਹਾ ਸੀ। ਤੀਜਾ ਕਹਿੰਦਾ ਬਿੰਦਰਾ ਬਨ, ਇਹਨਾਂ ਨੂੰ ਜੰਗਲ ਵਿੱਚ ਚਲੇ ਜਾਣ ਦੇ, ਉੱਥੇ ਜਾ ਕੇ ਲੁੱਟਾਂਗੇ। ਚੌਥਾ ਕਹਿਣ ਲੱਗਾ ਹਰੇ ਕ੍ਰਿਸ਼ਨ, ਕ੍ਰਿਸ਼ਨ ਦਾ ਅਰਥ ਹੁੰਦਾ ਕਾਲਾ, ਕਾਲਾ ਹੁੰਦਾ ਹਨੇਰਾ ਹੈ। ਤੀਜਾ ਕਹਿਣ ਲੱਗਾ ਰਾਤ ਹੋ ਲੈਣ ਦਿਓ, ਹਨੇਰਾ ਹੋ ਲੈਣ ਦਿਓ, ਫੇਰ ਲੁੱਟਾਂਗੇ। ਇਹ ਰੱਬ ਦੇ ਨਾਂ ਦੇ ਉੱਤੇ ਠੱਗੀਆਂ ਮਾਰਦੇ ਨੇ। ਇਹ ਕੋਈ ਸਾਧੂ ਨੇ? ਇਹ ਤਾਂ ਬਨਾਰਸ ਦੇ ਠੱਗ ਨੇ। ਉਹਨਾਂ ਦੀਆਂ ਨਿਸ਼ਾਨੀਆਂ ਵੀ ਦੱਸੀਆਂ। ਗਜ ਸਾਢੇ ਤੈ ਤੈ ਧੋਤੀਆਂ, ਤਿਹਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟਰੀ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਆ, ਬਨਾਰਸ ਕੇ ਠੱਗ। ਇਹ ਤਾਂ ਬਨਾਰਸ ਦੇ ਠੱਗਾਂ ਦੇ ਤੁਸੀਂ ਢਹੇ ਚੜ੍ਹ ਗਏ ਹੋ। ਇਸੇ ਲਈ ਭਗਤ ਜੀ ਕਹਿੰਦੇ ਇਹੋ ਜਿਹਾ ਕੋਈ ਪਖੰਡੀ ਆਇਆ, ਚਿੱਟੇ ਕੱਪੜੇ ਪਾਏ ਹੋਏ ਨੇ ਅਤੇ ਅੰਦਰੋਂ ਉਸ ਦੇ ਪਾਪ ਵਿਕਾਰ ਭਰੇ ਹੋਏ ਸਨ। ਉਹਨੂੰ ਵੇਖ ਕੇ ਆਖਿਆ ਕਬੀਰ ਐਸਾ ਜੰਤ ਇੱਕ ਦੇਖਿਆ। ਕਬੀਰ ਭਗਤ ਜੀ ਕਹਿੰਦੇ ਕਿ ਅਸੀਂ ਇਹੋ ਜਿਹਾ ਜੀਵ ਦੇਖਿਆ, ਜੈਸੀ ਧੋਈ ਲਾਖ, ਜਿਵੇਂ ਲਾਖ ਧੋਤੀ ਹੋਈ ਬੜੀ ਚਮਕਦੀ ਹੈ। ਲਾਖ ਖਾਸ ਕਰਕੇ ਜਿਹੜੇ ਨਕਲੀ ਚਾਂਦੀ ਦੇ ਰੁਪਏ ਤਿਆਰ ਕਰਦੇ ਸਨ, ਉਹਦੇ ਵਿੱਚ ਲਾਖ ਭਰ ਦਿੰਦੇ ਸੀ ਭਾਰ ਵਧਾਉਣ ਵਾਸਤੇ। ਔਰ ਉਹ ਹੁੰਦੀ ਬਿਲਕੁਲ ਸਸਤੀ ਅਤੇ ਨਿਕੰਮੀ ਜੀ ਧਾਤ ਹੈ ਲਾਖ, ਜਿਹਨੂੰ ਭੰਗਾਰ ਵੀ ਲਿਖਿਆ ਹੈ। ਕਬੀਰ ਭਗਤ ਜੀ ਕਹਿੰਦੇ ਨੇ ਮੈਂ ਇੱਕ ਇਹੋ ਜਿਹਾ ਜੀਵ ਦੇਖਿਆ, ਜਿਵੇਂ ਧੋਤੀ ਹੋਈ ਲਾਖ ਚਮਕਦੀ ਹੈ, ਅਤੇ ਇਸ ਤਰ੍ਹਾਂ ਉਹਦੇ ਚਿੱਟੇ ਚੋਲੇ ਪਾਏ ਹੋਏ ਬੜੀ ਚਮਕ ਦਮਕ ਮਾਰ ਰਹੀ ਸੀ। ਦੀਸੈ ਚੰਚਲ ਬਹੁ ਗੁਣਾ, ਮਤ ਹੀਨਾ ਨਾ ਪਾਕ। ਦੇਖਣ ਨੂੰ ਵੀ ਬੜਾ ਚੰਚਲ ਚੁਸਤ ਚਲਾਕ ਲੱਗਦਾ ਸੀ। ਬਹੁ ਗੁਣਾ, ਉਹਦੇ ਵਿੱਚ ਗੁਣ ਵੀ ਸੰਸਾਰੀ ਬਹੁਤ ਸਨ। ਸੰਸਾਰੀ ਗੁਣ, ਅਧਿਆਤਮਕ ਗੁਣ ਨਹੀਂ, ਧਰਮ ਦੇ ਗੁਣ ਨਹੀਂ, ਸਿੱਖੀ ਦੇ ਗੁਣ ਨਹੀਂ, ਸੰਸਾਰਕ ਗੁਣ ਉਹਦੇ ਵਿੱਚ ਸਨ। ਸੰਸਾਰਕ ਗੁਣ ਕਿਹੜੇ ਹੁੰਦੇ ਨੇ? ਅਤ ਸੁੰਦਰ, ਕੁਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਇਹ ਦੁਨਿਆਵੀ ਗੁਣ ਵੀ ਇਹਦੇ ਵਿੱਚ ਬਹੁਤ ਨੇ। ਮਤ ਹੀਨਾ ਨਾ ਪਾਕ, ਪਰ ਮਤੀ ਦਾ ਹੀਣਾ, ਮਾੜੀ ਮੱਤ ਵਾਲਾ, ਮਾੜੀ ਬੁੱਧੀ ਵਾਲਾ, ਅਤੇ ਨਾਲ ਨਾ ਪਾਕ। ਇਹਦਾ ਹਿਰਦਾ ਬੜਾ ਅਸ਼ੁੱਧ, ਮਲੀਨ ਅਤੇ ਅਪਵਿੱਤਰ ਹੋਇਆ ਹੋਇਆ ਹੈ। ਕਬੀਰ ਮੇਰੀ ਬੁੱਧ ਕੋ, ਜਮ ਨਾ ਕਰੈ ਤਿਸਕਾਰ। ਲੋਕ ਕਿਸੇ ਨੇ ਆਖਿਆ ਕਿ ਜਲਾਇਆਂ ਦੀ ਤਾਂ ਮਾਤੀ ਬੜੀ ਹੋਛੀ ਹੁੰਦੀ ਹੈ, ਪਰ ਭਗਤ ਕਬੀਰ ਜੀ ਕਹਿੰਦੇ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ। ਆ ਸਾਡੀਆਂ ਹੱਥ ਦੀਆਂ 5 ਉਂਗਲਾਂ ਹੁੰਦੀਆਂ ਨੇ, ਇੱਕੋ ਜਿਹੀਆਂ ਥੋੜ੍ਹੀਆਂ, ਕੋਈ ਛੋਟੀ ਆ ਕੋਈ ਵੱਡੀ ਹੈ। ਭਗਤ ਜੀ ਕਹਿਣ ਲੱਗੇ ਨੇ ਕਬੀਰ ਮੇਰੀ ਬੁੱਧ ਕੋ, ਲੋਕ ਤੇ ਮੇਰੀ ਬੁੱਧੀ ਨੂੰ ਵਿਅੰਗ ਕੱਸਦੇ ਸਨ। ਕਬੀਰ ਜਾਤ ਜੁਲਾਹਾ ਕਿਆ ਕਰੇ, ਜੁਲਾਹਿਆਂ ਦੀ ਜਾਤ ਨੂੰ ਲੋਕੀ ਮਜ਼ਾਕ ਕਰਦੇ ਸਨ। ਪਰ ਕਬੀਰ ਭਗਤ ਜੀ ਕਹਿੰਦੇ ਮੇਰੀ ਬੁੱਧੀ ਨੂੰ, ਮੇਰੀ ਅਕਲ ਨੂੰ, ਜੋ ਆਤਮ ਵਿਸ਼ੈਣੀ ਬੁੱਧੀ ਹੈ, ਪਰਮਾਰਥ ਨੂੰ ਸਮਝਣ ਵਾਲੀ ਬੁੱਧੀ ਹੈ, ਇਹ ਐਸੀ ਕਮਾਲ ਦੀ ਹੈ, ਜਮ ਨਾ ਕਰੇ ਤਿਸਕਾਰ। ਇਹਨੂੰ ਜਮ ਵੀ ਤਿਰਸਕਾਰਤ ਨਹੀਂ ਕਰ ਸਕਦੇ। ਮੇਰੀ ਬੁੱਧੀ ਨੂੰ ਜਮ ਵੀ ਸਤਿਕਾਰ ਦੇਣਗੇ, ਕੋਈ ਨਿਰਾਦਰ ਨਹੀਂ ਕਰਨਗੇ, ਕਿਉਂਕਿ ਮੇਰੀ ਅਕਲ ਆਤਮ ਵਿਸ਼ੈਣੀ ਹੈ। ਮੈਂ ਸਾਰਿਆਂ ਦਾ ਭਲਾ ਲੋੜਦਾ ਹਾਂ। ਮੇਰੀ ਬੁੱਧੀ ਨੂੰ ਜਮ ਵੀ ਨਿਰਾਦਰ ਨਹੀਂ ਕਰ ਸਕਦੇ। ਜਿਨ ਇਹੋ ਜਮੂਆ ਸਿਰਜਿਆ, ਸੋ ਜਪਿਆ ਪਰਵਿਦਗਾਰ। ਇਹਦਾ ਕੀ ਕਾਰਨ ਹੈ ਵੀ ਜਮ ਵੀ ਤੁਹਾਡੀ ਬੁੱਧੀ ਨੂੰ ਅਪਮਾਨਿਤ ਨਹੀਂ ਕਰਨਗੇ? ਤਾਂ ਭਗਤ ਜੀ ਕਹਿੰਦੇ ਇਹਦਾ ਕਾਰਨ ਇਹ ਹੈ ਜਿਨ ਇਹ ਜੰਮੂਆ ਸਿਰਜਿਆ, ਜਿਸ ਵਾਹਿਗੁਰੂ ਨੇ ਇਸ ਜਮ ਨੂੰ ਸਿਰਜਿਆ ਹੈ। ਹੁਣ ਜਿੰਨੇ ਜਮਦੂਤ ਨੇ, ਧਰਮਰਾਜ ਹੈ, ਦੇਵੀ ਦੇਵਤੇ ਵੀ ਨੇ, ਸਾਰੇ ਪਰਮੇਸ਼ਰ ਦੇ ਬਣਾਏ ਹੋਏ ਨੇ ਨਾ। ਕਾਰਨ ਭਰਾ ਵੇਖਿਆ ਦੂਸਰ ਨਾ ਹੀ ਕੋਈ। ਜਿਸ ਨੇ ਇਸ ਜਮ ਨੂੰ ਸਿਰਜਿਆ ਹੈ, ਸੋ ਜਪਿਆ ਪਰਵਤਗਾਰ।
ਮੈਂ ਸ੍ਰੇਸ਼ਟ ਬੁੱਧੀ ਦੇ ਨਾਲ, ਭਜਨ ਸਿਮਰਨ ਵਾਲੀ ਬੁੱਧੀ ਦੇ ਨਾਲ, ਤੇ ਮੈਂ ਉਸ ਪਰਵਤਗਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ। ਇਸੇ ਲਈ ਮੇਰੀ ਬੁੱਧੀ ਨੂੰ, ਜਿਸ ਦੇ ਨਾਲ ਨਾਮ ਜਪਿਆ ਜਾਂਦਾ, ਉਹ ਤੋਂ ਮਤ ਮੇਰੇ ਹਿਰਦੈ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਇ ਲਾਗੈ ਨਾਓ। ਸਾ ਮਤ ਦੇਹੋ ਦਇਆਲ ਪ੍ਰਭ, ਜੇ ਤੁਮਹਿ ਹੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ। ਐਸੀ ਜਿਹੜੀ ਸੇਵਾ ਸਿਮਰਨ ਵਾਲੀ ਬੁੱਧੀ ਹੈ, ਤੇ ਬਈ ਇਹਨੂੰ ਜਮ ਨਹੀਂ ਅਪਮਾਨਿਤ ਕਰ ਸਕਦਾ, ਕਿਉਂਕਿ ਇਸ ਬੁੱਧੀ ਦੇ ਆਸਰੇ ਅਸੀਂ ਵਾਹਿਗੁਰੂ ਦਾ ਨਾਮ ਜਪਿਆ ਹੈ। ਕਬੀਰ ਕਸਤੂਰੀ ਭਇਆ, ਭਵਰ ਭਏ ਸਭ ਦਾਸ। ਲੋ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕਸਤੂਰੀ ਭਇਆ, ਤੁਸੀਂ ਕੀ ਹੋ? ਤਾਂ ਕਬੀਰ ਭਗਤ ਜੀ ਕਹਿੰਦੇ ਨੇ, ਮੈਂ ਤੇ ਕਸਤੂਰੀ ਬਣ ਗਿਆ ਹਾਂ। ਕਸਤੂਰੀ ਇੱਕ ਬੜੀ ਸੁੰਦਰ ਮਹਿਕਦਾਰ ਵਸਤੂ ਹੁੰਦੀ ਹੈ। ਕਸਤੂਰੀ ਹਰਨ ਦੇ, ਖਾਸ ਹਰਨ ਦੇ ਨਾਪੇ ਵਿੱਚੋਂ ਨਿਕਲਦੀ ਹੈ। ਉਸ ਨੂੰ ਹੀਰਾ ਹਰਨ ਕਹਿੰਦੇ ਨੇ। ਕਾਲੀ ਪਿੱਠ ਵਾਲਾ ਹੁੰਦਾ, ਉਹਦੀ ਨਾਭੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ। ਜਦੋਂ ਬਸੰਤ ਰੁੱਤ ਆਉਂਦੀ ਹੈ, ਕਸਤੂਰੀ ਵਿੱਚੋਂ ਬੜੀ ਸੁੰਦਰ ਮਹਿਕ ਆਉਂਦੀ ਹੈ, ਤੇ ਉਸ ਮਹਿਕ 'ਤੇ ਭੌਰੇ ਆ ਜਾਂਦੇ ਨੇ। ਕਬੀਰ ਭਗਤ ਜੀ ਕਹਿੰਦੇ ਨੇ, ਮੇਰੇ ਅੰਦਰ ਭਗਤੀ ਦੀ ਮਹਿਕ ਪ੍ਰਵੇਸ਼ ਹੋ ਗਈ ਹੈ, ਤੇ ਮੈਂ ਕਸਤੂਰੀ ਬਣ ਗਿਆ। ਤੇ ਜਿੰਨੇ ਸਾਡੇ ਦਾਸ ਨੇ, ਸਿੱਖ ਸੇਵਕ ਨੇ, ਇਹ ਸਾਰੇ ਭੌਰੇ ਬਣ ਕੇ ਸਾਡੇ ਕੋਲ ਆ ਕੇ ਬੈਠਦੇ ਨੇ, ਭਗਤੀ ਦਾ ਰਸ ਮਾਣਦੇ ਹਨ। ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ RAM ਨਿਵਾਸ। ਲੋ ਜਿਵੇਂ ਜਿਵੇਂ ਕਬੀਰ ਜੀ ਦੀ ਭਗਤੀ ਸੇਵਾ ਟਹਿਲ ਬੰਦਗੀ ਕਰਦੇ ਨੇ, ਤਿਉਂ ਤਿਉਂ RAM ਨਿਵਾਸ, ਉਵੇਂ ਉਵੇਂ ਇਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਵਿੱਚ ਨਿਵਾਸ ਹੁੰਦਾ। ਦੂਜਾ ਇਹਦਾ ਅਰਥ ਇਉਂ ਵੀ ਮਹਾਂਪੁਰਖ ਕਰਦੇ ਸਨ। ਕਬੀਰ ਦਾ ਅਰਥ ਹੈ ਵੱਡਾ। ਵੱਡਾ ਕੌਣ ਹੈ? ਅਕਾਲ ਪੁਰਖ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੁਣ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਏ। ਕਬੀਰ ਕਸਤੂਰੀ ਭਇਆ। ਕਬੀਰ ਦਾ ਅਰਥ ਹੈ ਪਰਮੇਸ਼ਰ। ਉਹ ਤੇ ਕਸਤੂਰੀ ਵਾਂਗ ਬਣਿਆ ਹੋਇਆ ਹੈ। ਭਵਰ ਪਏ ਸਭ ਦਾਸ। ਤੇ ਜਿੰਨੇ ਵੀ ਵਾਹਿਗੁਰੂ ਦੇ ਸਿੱਖ ਸੇਵਕ ਨੇ, ਸੰਤ ਮਹਾਤਮਾ ਜਨ, ਉਹ ਸਾਰੇ ਉਹਦੇ ਕਸਤੂਰੀ ਦੇ ਭੌਰੇ ਬਣੇ ਹੋਏ ਨੇ, ਉਹਦੇ ਆਸ਼ਿਕ ਬਣੇ ਹੋਏ ਨੇ। ਵਾਹਿਗੁਰੂ ਆਪ ਕਸਤੂਰੀ ਬਣਿਆ ਹੋਇਆ ਹੈ। ਉਹਦੇ ਸਿੱਖ ਸੇਵਕ ਸੰਤ ਭਗਤ ਸਾਰੇ ਭੌਰੇ ਬਣ ਕੇ ਭਗਤੀ ਦਾ ਰਸ ਮਾਣਦੇ ਹਨ। ਜਿਵੇਂ ਜਿਵੇਂ ਉਹ ਵਾਹਿਗੁਰੂ ਦੀ ਭਗਤੀ ਕਰਦੇ ਨੇ, ਤਿਉਂ ਤਿਉਂ RAM ਨਿਵਾਸ, ਉਸੇ ਤਰ੍ਹਾਂ ਉਹਨਾਂ ਦਾ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਹੁੰਦਾ। ਉਹਨਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦੀ ਹੈ। ਇਹ ਹੈ ਪਾਵਨ ਕਬੀਰ ਜੀ ਦੀ ਬਾਣੀ ਦੀ ਵਿਚਾਰ, ਜੋ ਸੰਗਤਾਂ ਨੇ ਬੜੇ ਪ੍ਰੇਮ ਸ਼ਰਧਾ ਦੇ ਨਾਲ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਹ ਵਿਚਾਰ ਸਾਡੇ ਜੀਵਨ ਵਿੱਚ ਵਸੇ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਕਸਤੂਰੀ ਭਇਆ, ਭਵਰ ਭਏ ਸਭ ਦਾਸ। ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ RAM ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।